ਤੁਸੀਂ ਕਿੰਨੇ ਮੁੱਖ ਮੰਤਰੀ ਦੇਖ ਲਏ ਕਾਂਗਰਸ ਦੇ ਪੰਜਾਬ ਦੇ ਵਿੱਚ, ਸਭ ਤੋਂ ਵਧੀਆ ਕਾਰਜਕਾਲ ਕਿਹਦਾ ਰਿਹਾ ਲੋਕ ਭਲਾਈ ਲਈ? ਦੇਖੋ, ਤੇ ਉਹਦੇ ਚ ਖਾਸ ਕੀ ਗੱਲ ਸੀ? ਮੈਂ ਸਰਦਾਰ ਦਰਬਾਰਾ ਸਿੰਘ ਗਿਆਨੀ ਜੀ ਤੋਂ ਲੈ ਕੇ ਗਿਆਨੀ ਜੀ ਦੀ ਵਰਕਿੰਗ ਦੇਖੀ ਹੈ, ਸਰਦਾਰ ਦਰਬਾਰਾ ਸਿੰਘ ਦੀ ਵਰਕਿੰਗ ਦੇਖੀ ਹੈ। ਉਹਨਾਂ ਵਰਗਾ ਵੀ ਇਮਾਨਦਾਰ, ਹਾਲਾਂਕਿ ਸਾਡਾ ਧੜਾ ਹੋਰ ਸੀ, ਉਹਨਾਂ ਦਾ ਦੂਜਾ ਧੜਾ ਸੀ, ਲੇਕਿਨ ਇਮਾਨਦਾਰ ਦੇ ਤੌਰ ਤੇ, ਕਾਂਗਰਸੀ ਦੇ ਤੌਰ ਤੇ ਬਹੁਤ ਕੱਟੜ ਕਾਂਗਰਸੀ ਸੀ ਸਰਦਾਰ ਦਰਬਾਰਾ ਸਿੰਘ, ਬਹੁਤ ਜ਼ਿਆਦਾ। ਧਰਮ ਤੇ ਰਾਜਨੀਤੀ ਪੰਜਾਬ 'ਚ ਕਹਿੰਦੇ ਜੀ ਧਰਮ ਤੇ ਰਾਜਨੀਤੀ ਦਾ ਸੁਮੇਲ ਹੋਊਗਾ ਤਾਂ ਹੀ ਕੋਈ ਪਾਰਟੀ ਉੱਭਰ ਕੇ ਆਉਂਦੀ ਹੈ ਅੱਗੇ। ਧਰਮ ਅੱਜ ਬਹੁਤ ਜ਼ਿਆਦਾ ਭਾਰੂ ਹੋਇਆ ਜੀ ਰਾਜਨੀਤੀ ਤੇ ਪੰਜਾਬ ਦੀ। ਕਾਸਟਿਜ਼ਮ, ਰਿਲੀਜਨ, ਇਹ ਸ਼ੁਰੂ ਤੋਂ ਹੀ ਇੱਦਾਂ ਰਿਹਾ ਪੰਜਾਬ ਦੇ ਵਿੱਚ। ਧਰਮ ਨਹੀਂ ਆਪਾਂ ਕਹਿ ਸਕਦੇ ਇਹਨੂੰ, ਧਰਮ ਤਾਂ ਕਦੀ ਕਿਸੇ ਦਾ ਪੱਖਪਾਤ ਕਰਦਾ ਹੀ ਨਹੀਂ ਜੀ। ਧਰਮ ਤਾਂ ਸਭ ਵਾਸਤੇ ਸਾਂਝਾ ਹੈ ਜੀ, ਚਾਹੇ ਕੋਈ ਧਰਮ ਹੈ, ਉਹ ਸਭ ਦਾ ਸਾਂਝਾ ਹੈ। ਔਰ ਪੱਖਪਾਤ ਬਿਲਕੁਲ ਕੋਈ ਧਰਮ ਵੀ ਨਹੀਂ ਕਰਦਾ, ਨਾ ਹਿੰਦੂ ਧਰਮ ਕਰਦਾ, ਨਾ ਸਿੱਖ ਧਰਮ ਕਰਦਾ, ਨਾ ਜੈਨ। ਪਰ ਰਾਜਨੀਤਿਕ ਲੋਕ ਕਰਨ ਲੱਗ ਗਏ ਜੀ। ਰਾਜਨੀਤਿਕ ਜਿਹੜਾ ਹੈ ਨਾ, ਰਾਜਨੀਤੀ ਦੇ ਜਿਹੜੇ ਲੋਕ ਹੈ, ਉਹਨਾਂ ਨੇ ਆਪਣੇ ਹਿਸਾਬ ਨਾਲ ਚਲਾ ਲਿਆ ਇਹਨੂੰ, ਕਾਸਟਿਜ਼ਮ ਤੇ ਬਣਤਾ। ਹੁਣ ਧਰਮ ਤੇ ਸਿੱਖੀ ਦੇ ਵਿੱਚ ਤਾਂ ਗੁਰੂ ਗੋਬਿੰਦ ਸਿੰਘ ਨੇ ਇੱਕੋ ਬਾਟੇ ਜਬਰ ਛਕਾ ਕੇ ਤੇ ਜਾਤ ਪਾਤ ਖਤਮ ਕੀਤੀ ਸੀ। ਉਹ ਕਾਸਟਿਜ਼ਮ ਜਿਹੜਾ ਵੋਟ ਜਿਹੜਾ ਨਾ, ਵੋਟਾਂ ਦੇ ਸਿਸਟਮ ਨੇ ਵੀ ਗੜਬੜ ਕੀਤੀ ਹੈ। ਔਰ ਧਰਮ ਤਾਂ ਕਿਤੇ ਇਜਾਜ਼ਤ ਨਹੀਂ ਹੁੰਦਾ। ਧਰਮ ਤਾਂ ਹਮੇਸ਼ਾ ਜਿਹੜਾ ਨਾ, ਧਰਮ ਦੀ ਰਾਖੀ ਪੋਲੀਟਿਕਸ ਨੇ ਕੀਤੀ ਹੈ ਜੀ। ਪੋਲੀਟੀਕਲ ਬੰਦੇ ਦਾ, ਪੋਲੀਟੀਕਲ ਦੇ ਵੀ ਧਰਮ ਨੂੰ ਕੋਈ ਆਂਚ ਨਾ ਆਵੇ। ਧਰਮ ਨੂੰ ਵਰਤਿਆ ਜਿਹੜਾ, ਉਹ ਵੀ ਪੋਲੀਟੀਕਲ ਬੰਦਿਆਂ ਨੇ ਜਿਨ੍ਹਾਂ ਨੇ ਵਰਤਿਆ ਨਜਾਇਜ਼। ਜੀ ਜੀ ਜੀ। ਹਾਲਾਂਕਿ ਧਰਮ ਇਜਾਜ਼ਤ ਨਹੀਂ ਦਿੰਦਾ। ਜੀ, ਧਰਮ ਤੱਕ ਜਿਹੜਾ ਹੈ ਉਹ ਸਾਂਝਾ, ਸਭ ਦਾ ਸਰਬ ਸਾਂਝਾ ਹੈ। ਤੁਹਾਨੂੰ ਲੱਗਦਾ ਨਹੀਂ ਕਿ ਇਹ ਰੁਜ਼ਗਾਰ ਉਦੋਂ ਖਰਾਬ ਹੋ ਗਿਆ ਜਦੋਂ ਜਿਹੜੇ ਉਸ ਵੇਲੇ ਦੇ ਰਾਜਸੀ ਆਗੂ ਸੀ, ਉਹਨਾਂ ਨੇ ਆਪਦੇ ਕਾਰੋਬਾਰ ਸਥਾਪਿਤ ਕਰ ਲਏ, ਏਡੇ ਵੱਡੇ ਕਰ ਲਏ ਕਿ ਲੋਕਾਂ ਦੇ, ਜਿਵੇਂ ਤੁਸੀਂ ਪਹਿਲਾਂ ਗੱਲ ਕਰਕੇ ਹਟਿਓ ਕਿ ਭੱਠਿਆਂ ਦੇ ਉੱਤੇ ਜਾਂ ਠੇਕਿਆਂ ਦਾ ਦਿੱਤਾ ਜਾਂਦਾ ਸੀ ਹਿੱਸਾ। ਮੈਂ ਇੱਥੋਂ ਤੱਕ ਦੇਖਿਆ ਕਿ ਵਰਕਰਾਂ ਨੂੰ ਡੀਪੂ ਤੇ ਰੂਟ ਵੀ ਦਿੱਤੇ ਜਾਂਦੇ ਸੀ। ਪਰ ਅੱਜ ਜਿਹੜੀ ਇਹ ਚੀਜ਼ ਇਹ ਰਾਜਸੀ ਲੋਕ ਜ਼ਿੰਮੇਵਾਰ ਨਹੀਂ। ਤੇ 130 ਜਾਂ 35 ਜਾਂ 140 ਕਰੋੜ ਦੀ ਆਬਾਦੀ ਜਿਹੜੀ ਸੀ, ਉਹ ਇੱਕ ਪਾਸੇ ਕਰਤੀ, ਦੋ ਘਰ ਇੱਕ ਪਾਸੇ ਕਰਤੇ। ਲੜਾਈ ਕੀ ਹੈ? ਅਨਐਮਪਲੋਇਮੈਂਟ। ਜੀ। ਅੱਜ ਤੁਸੀਂ ਇੰਪਲੋਇਮੈਂਟ ਦਿੰਦੇ ਹੋ। ਜੇ ਸਾਡੀ ਸਰਕਾਰ ਜਿਵੇਂ ਚੱਲੀ ਹੈ, ਅਸੀਂ ਜਿਵੇਂ ਖਾਨਾਂ ਦੀ ਗੱਲ ਕਰ ਰਿਹਾ, ਮੈਂ ਰੇਤੇ ਦੀਆਂ ਖਾਨਾਂ ਦੂਜੀਆਂ ਯੂਥ 'ਚ ਵੰਡੀਆਂ ਜਾਂਦੀਆਂ, ਯੂਥ ਨੂੰ ਲਾਇਸੈਂਸ ਦਿੱਤੇ ਜਾਂਦੇ ਆ, ਸਾਰੇ ਇੰਪਲੋਇਮੈਂਟ 'ਚ ਆ ਜਾਂਦੇ। ਤਜਰਬਾ ਬਹੁਤ ਆ ਤੁਹਾਡਾ ਕਾਂਗਰਸ ਪਾਰਟੀ ਨਾਲ। ਸ਼੍ਰੀਮਤੀ ਇੰਦਰਾ ਗਾਂਧੀ ਹੋਣਾ ਨਾਲ ਤੁਹਾਡੀ ਕੋਈ ਖਾਸ ਮੁਲਾਕਾਤ ਜਿਹੜੀ ਤੁਹਾਨੂੰ ਯਾਦ ਰਹਿ ਗਈ ਹੋਵੇ ਤਮਾਮ ਉਮਰ, ਕਿ ਜੀ ਆਹ ਗੱਲ ਹੋਈ ਸੀ, ਬੜੀ ਕਮਾਲ ਦੀ ਗੱਲ ਸੀ ਇਹ? ਤਾਂ ਇੰਦਰਾ ਜੀ ਨੇ ਇਮੀਡੀਏਟ ਸਾਰੀ ਪਾਰਟੀ ਦੇ ਮੇਨ ਬੰਦੇ ਦਿੱਲੀ ਬੁਲਾਏ। ਇੱਕ ਸਦਰ ਜੰਗ ਰੋਡ ਦੀ ਗੱਲ ਹੈ, ਉਹ ਸੀਨ ਜਿਹੜਾ ਤੁਸੀਂ ਮੈਨੂੰ ਕੋਈ ਯਾਦ ਆ ਸਿੱਧਾਂ ਦੀ, ਉਹ ਮੈਨੂੰ ਹਾਲੇ ਵੀ ਨਹੀਂ ਭੁੱਲਦਾ। ਇੰਦਰਾ ਗਾਂਧੀ ਦੇਖਣ 'ਚ ਬੜੇ ਲੰਬੇ ਲੱਗਦੇ ਸੀਗੇ ਸਾੜੀ ਨਾਲ, ਲੇਕਿਨ ਉਹਨਾਂ ਦਾ ਕੱਦ ਬਹੁਤਾ ਨਹੀਂ ਸੀਗਾ ਜੀ। ਉਹ ਉਸ ਲੇਡੀ 'ਚ ਮੈਂ ਫੁਰਤੀ ਦੇਖੀ, ਉਹਨੇ ਐਂ ਛਾਲ ਮਾਰ ਕੇ ਕੁਰਸੀ ਦੇ ਉੱਤੇ ਖੜੀ ਹੋ ਗਈ, ਔਰ ਦਰਬਾਰਾ ਸਿੰਘ ਨੇ ਗੱਲ ਪੈ ਗਈ ਚੀਫ ਮਿਨਿਸਟਰ ਦੀ। ਜੀ। ਉਮਰਾਂ ਦਾ ਅਨੁਭਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ ਜੀ। ਅੱਜ ਸਰਦਾਰ ਜਸਪਾਲ ਸਿੰਘ ਢਿੱਲੋਂ ਹੋਣਾ ਦੀ ਪਟਾਰੀ 'ਚ ਇੱਕ ਹੋਰ ਸ਼ਖਸੀਅਤ ਇਹ ਅਣਮੁੱਲੇ ਹੀਰੇ ਲੈ ਕੇ ਆਉਂਦੇ ਨੇ ਜੀ, ਜਿਹੜੇ ਇਤਿਹਾਸ ਦੀ ਗੱਲ ਕਰਦੇ ਨੇ ਜਾਂ ਆਪਣੀ ਉਮਰ ਦੀਆਂ ਗੱਲਾਂ ਕਰਦੇ ਨੇ ਕਿ ਆਹ ਕੁਛ ਹੰਢਾਇਆ ਤੇ ਆਹ ਕੁਛ ਹੋ ਚੁੱਕਿਆ। ਅੱਜ ਕਾਂਗਰਸ ਦੇ ਬੜੇ ਪੁਰਾਣੇ ਤੇ ਸੀਨੀਅਰ ਆਗੂ ਸਰਦਾਰ ਲਖਵਿੰਦਰ ਸਿੰਘ ਹੋਣੀ ਸਟੂਡੀਓ ਦੇ ਵਿੱਚ ਨੇ ਤੇ ਉਹਨਾਂ ਨਾਲ ਅਸੀਂ ਗੱਲਬਾਤ ਕਰਨੀ ਚਾਹਾਂਗੇ ਕਿਸ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਦੀ ਸ਼ੁਰੂਆਤ ਸੀਗੀ, ਕਿਉਂਕਿ ਇਹ 75ਵਿਆਂ ਤੋਂ ਜੁੜੇ ਹੋਏ ਨੇ ਜੀ। ਤੇ ਅਸੀਂ ਅੱਜ 2021 ਦੀ ਗੱਲ ਕਰ ਰਹੇ ਹਾਂ। ਤਕਰੀਬਨ 50 ਸਾਲ ਦੇ ਕਰੀਬ ਇਹਨਾਂ ਨੂੰ ਹੋ ਗਏ ਨੇ ਕਾਂਗਰਸ ਨਾਲ ਜੁੜਿਆਂ ਨੂੰ। ਕਈ ਉਤਾਰ ਚੜਾਵ ਇਹਨਾਂ ਨੇ ਪੰਜਾਬ ਕਾਂਗਰਸ 'ਚ ਦੇਖੇ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਰਹੇ ਨੇ ਤੇ ਹੋਰ ਕਈ ਵੱਡੀਆਂ ਉਪਲਬਧੀਆਂ ਇਹਨਾਂ ਕੋਲੇ ਹੈਗੀਆਂ ਨੇ। ਉਹਦੇ ਬਾਰੇ ਸਰਦਾਰ ਜਸਪਾਲ ਸਿੰਘ ਢਿੱਲੋਂ ਪ੍ਰੋਗਰਾਮ ਦੇ ਵਿੱਚ ਵੀ ਜ਼ਿਕਰ ਕਰਦੇ ਰਹਿਣਗੇ। ਤੇ ਪਹਿਲਾਂ ਸਾਰੇ ਰਲ ਕੇ ਅਸੀਂ ਸਵਾਗਤ ਕਰ ਲੈਂਦੇ ਹਾਂ। ਢਿੱਲੋਂ ਸਾਹਿਬ ਤੁਹਾਡਾ ਵੀ ਸਵਾਗਤ ਹੈ ਜੀ ਬਹੁਤ। ਤੇ ਸਰਦਾਰ ਲਖਵਿੰਦਰ ਸਿੰਘ ਜੀ ਤੁਹਾਡਾ ਬਹੁਤ ਸਵਾਗਤ ਹੈ ਜੀ। ਹਾਂਜੀ ਹਾਂਜੀ। ਇਹ ਬੈਨਫਿਨਕੋ ਦੇ ਵੀ ਚੇਅਰਮੈਨ ਰਹੇ ਨੇ ਸਰਦਾਰ ਬੇਅੰਤ ਸਿੰਘ ਦੀ ਗਵਰਨਮੈਂਟ ਦੇ ਵਿੱਚ ਜੀ। ਸਰਦਾਰ ਲਖਵਿੰਦਰ ਸਿੰਘ ਜੀ, ਸਾਡੇ ਦਰਸ਼ਕ ਇਸ ਪ੍ਰੋਗਰਾਮ ਦੇ ਵਿੱਚ ਇਹ ਜਾਣਨਾ ਚਾਹੁੰਦੇ ਨੇ ਕਿ ਤੁਹਾਡੀ ਜਿਹੜੀ ਉਮਰਾਂ ਦੀ ਤੁਹਾਡਾ ਜਿਹੜਾ ਲੇਖਾ ਜੋਖਾ ਆ
ਚੰਗੇ ਮਾੜੇ ਕਰਮ ਹਰ ਕੋਈ ਕਰਦਾ ਹੈ, ਪ੍ਰਮਾਤਮਾ ਹਰੇਕ ਤੋਂ ਕਰਾਉਂਦਾ ਆ, ਪਰ ਕਿਉਂਕਿ ਤੁਸੀਂ ਇੰਡੀਆ ਦੀ ਬਹੁਤ ਵੱਡੀ ਪਾਰਟੀ ਦੇ ਨਾਲ ਜੁੜੇ ਹੋਏ ਹੋ ਔਰ ਸ਼ੁਰੂ ਤੋਂ ਜੁੜੇ ਹੋਏ ਹੋ, ਸਰਦਾਰ ਗਿਆਨੀ ਜੈਲ ਸਿੰਘ ਹੋਣਾ ਨਾਲ ਤੁਹਾਡੇ ਨਿੱਜੀ ਸੰਬੰਧ ਸੀ, ਇੰਦਰਾ ਗਾਂਧੀ ਹੋਣਾ ਦੇ ਤੁਸੀਂ ਸਿੱਧਾ ਅੰਦਰ ਕਮਰੇ ਤੱਕ ਜਾਂਦੇ ਸੀਗੇ ਜੇ ਕੋਈ ਸੁਨੇਹਾ ਆਉਂਦਾ ਸੀਗਾ ਸਰਦਾਰ ਗਿਆਨੀ ਜੈਲ ਸਿੰਘ ਹੋਣਾ ਦਾ, ਤੇ ਉਹ ਤਜਰਬੇ ਸਾਂਝੇ ਕਰੋ। ਉਸ ਵੇਲੇ ਦੀ ਪੰਜਾਬ ਦੀ ਕਾਂਗਰਸ ਤੇ ਅੱਜ ਦੀ ਕਾਂਗਰਸ ਦੇ ਵਿੱਚ ਫਰਕ ਕੀ ਲੱਗਦਾ ਤੁਹਾਨੂੰ? ਸਭ ਤੋਂ ਪਹਿਲਾਂ ਤਾਂ ਮੈਂ ਚੈਨਲ D5 ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ, ਸਾਰੇ ਸਟਾਫ ਨੂੰ, ਢਿੱਲੋਂ ਸਾਹਿਬ ਤੁਹਾਡਾ ਸਾਰਿਆਂ ਦਾ। ਤੁਸੀਂ ਜਿਹੜਾ ਮੈਨੂੰ ਸਵਾਲ ਕੀਤਾ ਬੜਾ ਵਧੀਆ ਕੀਤਾ ਵੀ ਉਸ ਟਾਈਮ ਦੀ ਤੇ ਹੁਣ ਦੀ ਕਾਂਗਰਸ ਕੀ ਫਰਕ ਹੈ। ਜੇ ਫਰਕ ਦੀ ਗੱਲ ਕਰਾਂ ਤਾਂ ਬਹੁਤ ਵੱਡਾ ਅੰਤਰ ਭਾਜੀ। ਢਿੱਲੋਂ ਸਾਹਿਬ, ਮੈਂ ਸਟੂਡੈਂਟ ਲਾਈਫ ਤੋਂ ਬਾਅਦ 78 ਤੋਂ ਰੈਗੂਲਰ ਐਕਟਿਵ ਪੋਲਿਟਿਕਸ 'ਚ ਜੀ, ਸਟੇਟ ਦੀ ਪੋਲਿਟਿਕਸ ਤੋਂ ਲੈ ਕੇ ਸੈਂਟਰ ਦੀ ਪੋਲਿਟਿਕਸ ਤੱਕ ਮੈਨੂੰ ਬੜਾ ਵਧੀਆ ਪਰਮਾਤਮਾ ਨੇ ਆਪਰਚੁਨਿਟੀ ਦਿੱਤੀ, ਬੜਾ ਮੌਕਾ ਦਿੱਤਾ ਵੀ ਮੈਂ ਉਸ ਸ਼ਖਸੀਅਤ ਨਾਲ ਜਿਨ੍ਹਾਂ ਦੇ ਛਤਰ ਛਾਇਤਲੇ ਮੈਂ ਆਪਣੀ ਪੋਲੀਟੀਕਲ ਟ੍ਰੇਨਿੰਗ ਸਮਝਦਾ। ਮੇਰਾ ਉਹ ਸਕੂਲ ਸੀ ਔਰ ਮੈਂ ਉਹ ਸ਼ਖਸ ਜਿਹੜਾ ਗਿਆਨੀ ਜੈਲ ਸਿੰਘ ਵਰਗੇ ਸੀਗੇ ਉਹਨਾਂ ਤੋਂ ਟ੍ਰੇਨਿੰਗ ਲਈ ਹੈ, ਉਹਨਾਂ ਨਾਲ ਕੰਮ ਕੀਤਾ ਔਰ ਕੰਮ ਕਰਨ ਦਾ ਜੋ ਨਜ਼ਾਰਾ ਉਦੋਂ ਸੀ ਹੁਣ ਅੱਜ ਨਹੀਂ। ਲੇਕਿਨ ਮੈਨੂੰ ਅੱਜ ਪ੍ਰੈਜੈਂਟ ਟੂਡੇ ਹਜੇ ਮਿਨਿਸਟਰੀ ਮੇਰੇ ਖਿਆਲ ਟਾਈਮ ਨਹੀਂ ਹੋਇਆ, ਜਿਹੜੀ ਬਣਤਰ ਬਣਦੀ ਜਾ ਰਹੀ ਹੈ ਮੈਨੂੰ ਥੋੜ੍ਹੀ ਜਿਹੀ ਜੋ ਕਿਰਨ ਨਜ਼ਰ ਆਉਂਦੀ ਹੈ ਵੀ ਸ਼ਾਇਦ ਉਹਨਾਂ ਲੀਹਾਂ ਤੇ ਇਹ ਵਜ਼ਾਰਤ ਤੇ ਜਿਹੜੀ ਕਾਂਗਰਸ ਹੈ ਇਹ ਤੁਰਦੀ ਨਜ਼ਰ ਆਉਂਦੀ ਹੈ, ਕਿਉਂਕਿ ਜਿਹੜੀ ਕਦਰਾਂ ਕੀਮਤਾਂ ਦੀ ਧੜਿਆਂ ਦੀ ਕਾਂਗਰਸ ਸੀਗੀ ਜਿੱਥੇ ਅੜ ਜਾਂਦੇ ਸੀ। ਮੈਨੂੰ ਹਾਲੇ ਤੱਕ ਯਾਦ ਹੈ, ਸਾਰੇ ਦਰਸ਼ਕਾਂ ਨੂੰ, ਕਈਆਂ ਨੂੰ ਜਿਹੜੇ ਸੀਨੀਅਰ ਨੇ ਮੇਰੇ ਤੋਂ ਜਾਂ ਮੇਰੇ ਹਾਨਦੇ ਨੇ, ਕਿ ਪਹਿਲਾਂ MLA MPs ਦੀ ਇੱਕ ਰਿਜ਼ਰਵ ਸੀਟ ਹੁੰਦੀ ਸੀ ਬੱਸਾਂ 'ਚ, ਉੱਤੇ ਲਿਖਿਆ ਹੁੰਦਾ ਸੀ ਮੈਂਬਰ ਪਾਰਲੀਮੈਂਟ ਜਾਂ MLA, ਨਾਲ ਉਹਦਾ ਇੱਕ ਅਸਿਸਟੈਂਟ। ਉਹ ਜੇ ਕਿਸੇ ਆਦਮੀ ਦਾ, ਵਰਕਰ ਦਾ ਜਾਂ ਕਿਸੇ ਰਿਸ਼ਤੇਦਾਰ ਦਾ ਕੰਮ ਹੁੰਦਾ ਸੀ ਤਾਂ ਉਹਦੀ ਕਾਰ 'ਚ ਨਹੀਂ ਬੈਠਦੇ ਸੀ ਜਾਂ ਕਿਰਾਏ 'ਤੇ ਕੀਤੀ ਟੈਕਸੀ 'ਚ ਨਹੀਂ ਜਾਂਦੇ ਚੰਡੀਗੜ੍ਹ ਨੂੰ, ਉਸ ਰਿਜ਼ਰਵ ਸੀਟ 'ਤੇ ਬੈਠ ਕੇ ਆਉਂਦੇ ਸੀ ਵੀ ਸਾਡੇ 'ਤੇ ਇਲਜ਼ਾਮ ਨਾ ਲੱਗ ਜਾਵੇ ਕਿ ਅਸੀਂ ਮਤਲਬ ਜਿਹੜੀ ਹੈ ਇਹਨਾਂ ਦੇ ਕਾਰ ਵਰਤ ਕੇ ਫਿਰ ਕੰਮ ਕੀਤਾ ਜੀ। ਮਤਲਬ ਇੰਨੇ ਉਹ ਆਦਮੀ ਸੱਚੇ ਸੁੱਚੇ ਔਰ ਅੱਤ ਦੀ ਗਰੀਬੀ ਉਹਨਾਂ ਲੋਕਾਂ ਕੋਲ ਸੀ। ਮੈਂ ਢਿੱਲੋਂ ਸਾਹਿਬ, ਮੈਨੂੰ ਉਹ ਵੀ ਸਮਾਂ ਯਾਦ ਹੈ ਜੀ ਜੀ, ਜਦੋਂ 77 ਦੇ ਵਿੱਚ ਗਿਆਨੀ ਜੈਲ ਸਿੰਘ ਉਹਨਾਂ ਦੀ ਮਿਨਿਸਟਰੀ ਟੁੱਟ ਗਈ ਸੀ, ਜਨਤਾ ਪਾਰਟੀ ਦਾ ਰਾਜ ਸੀ ਔਰ ਮੈਂ ਨਵੀਂ ਗ੍ਰੈਜੂਏਸ਼ਨ ਕਰਕੇ, ਹਾਲੇ ਮੇਰਾ ਰਿਜ਼ਲਟ ਨਹੀਂ ਸੀ ਆ ਗ੍ਰੈਜੂਏਸ਼ਨ ਦਾ, ਮੈਂ ਮਹਿੰਦਰਾ ਕਾਲਜ ਚੋਂ ਕੀਤੀ, ਤੇ ਮੈਨੂੰ ਪਰਿਵਾਰਕ ਮੈਂਬਰ ਦੇ ਥਰੂ, ਕਿਸੇ ਦੇ ਸਾਬਿਤ ਸੰਤ ਸਿੰਘ ਦੇ ਥਰੂ, ਜਿਹੜੇ ਉਹਨਾਂ ਦੇ ਭਤੀਜੇ ਸੀਗੇ, ਉਦੋਂ ਯੂਥ ਕਾਂਗਰਸ ਦੇ ਪ੍ਰਧਾਨ ਵੀ ਸੀਗੇ, ਅਸੀਂ ਇਕੱਠੇ ਕੰਮ ਕਰਦੇ ਸੀਗੇ, ਤਾਂ ਮੈਸੇਜ ਆਇਆ ਵੀ ਤੂੰ ਐਗਜ਼ਾਮ ਦੇ ਲਿਆ ਵੀ ਗਿਆਨੀ ਜੀ ਤੈਨੂੰ ਯਾਦ ਕਰਦੇ। ਯਾਦ ਕੀ ਕਰਨਾ ਸੀ, ਅਸੀਂ ਬੜਾ ਔਖਾ ਵਕਤ ਸੀ ਉਸ 77 ਦਾ, ਗੁਰਦੇਵ ਸਿੰਘ ਕਮਿਸ਼ਨ ਦਾ ਕੇਸ ਬਣ ਚੁੱਕਿਆ ਸੀ ਜੀ, ਤੇ ਉਹਨਾਂ ਨੂੰ ਫੜੋ ਫੜਾਈ ਦਾ ਚੱਲਦਾ ਸੀਗਾ। ਤਾਂ ਅਸੀਂ, ਮੈਂ ਜਿਹੜੀ ਗੱਲ ਦੱਸਣ ਗਿਆ ਵੀ ਕਦਰਾਂ ਕੀਮਤਾਂ, ਔਰ ਉਹਨਾਂ ਕੋਲੇ ਉਸ ਟਾਈਮ ਸਾਬਕਾ ਮੁੱਖ ਮੰਤਰੀ ਪੰਜਾਬ ਸਰਕਾਰ ਦੇ, ਉਹਨਾਂ ਕੋਲ ਆਪਣੀ ਕਾਰ ਨਹੀਂ ਸੀ ਜੀ, ਕਾਰ ਮੰਗਵੀ ਸੀ, ਕਦੀ ਉਹ ਚਲਾ ਲੈਂਦੇ ਸੀ ਕਦੀ ਅਸੀਂ ਚਲਾ ਲੈਂਦੇ ਸੀਗੇ, ਤੇ ਵਕਤ ਕੱਟਿਆ ਸੀ ਵੀ ਇੰਨੀ ਇਮਾਨਦਾਰੀ ਸੀ। ਜਿਹੜਾ ਮੁੱਖ ਮੰਤਰੀ ਰਿਹਾ ਹੋਵੇ ਉਹਦੇ ਕੋਲ ਆਪਣਾ ਘਰ ਨਹੀਂ, ਉਹਦੇ ਕੋਲ ਆਪਣੀ ਜ਼ਮੀਨ ਨਹੀਂ, ਉਹਦੇ ਕੋਲ ਆਪਣੀ ਕਾਰ ਨਹੀਂ, ਉਹਦੇ ਕੋਲ ਆਪਣਾ ਸਕੂਟਰ ਨਹੀਂ, ਸਾਈਕਲ ਨਹੀਂ ਜੀ। ਮਤਲਬ ਇਸ ਲੈਵਲ ਤੇ ਉੱਤੇ ਕਾਂਗਰਸ ਦੇ ਵਰਕਰ, ਸਰਕਾਰ ਦੇ ਲੀਡਰ ਕੰਮ ਕਰਦੇ ਸੀ। ਇਹ ਇਕੱਲੇ ਗਿਆਨੀ ਜੈਲ ਸਿੰਘ ਨਹੀਂ ਜੀ, ਮਤਲਬ ਮੈਜੋਰਟੀ ਇਹ ਸੀ ਜੀ। ਕੁਝ ਸਮਾਂ ਆਇਆ ਵਿੱਚ ਤੇ ਜੇ ਕੋਈ ਰਿਸ਼ਵਤ ਲੈ ਲੈਂਦਾ ਸੀ ਉਹ ਕਹਿੰਦੇ ਸੀ ਇਹ ਰਿਸ਼ਵਤਖੋਰ ਹੈ। ਮਾਫ ਕਰਨਾ, ਮੈਂ ਜਿਹੜੀ ਗੱਲ ਕਹਿਣ ਲੱਗਿਆ ਮੈਂ ਕਈਆਂ ਨੂੰ ਨਹੀਂ ਚੰਗੀ ਲੱਗੇਗੀ। ਅੱਜ ਜਿਹੜਾ ਰਿਸ਼ਵਤਖੋਰ ਹੈ ਉਹਨੂੰ ਕਹਿਣਗੇ ਪੈਸੇ ਵਾਲਾ ਆਦਮੀ ਹੈ, ਇਹਨੂੰ ਟਿਕਟ ਦਿਓ ਜੀ, ਇਹ ਪਾਰਟੀ ਇਹ ਪੈਸੇ ਖਰਚ ਸਕਦਾ, ਇਹਨੂੰ ਟਿਕਟ ਦਿਓ। ਉਦੋਂ ਉਹ ਕਹਿਣਾ ਨਹੀਂ ਇਹ ਰਿਸ਼ਵਤਖੋਰ ਹੈ, ਇਹਨੂੰ ਟਿਕਟ ਨਹੀਂ ਦੇਣਾ, ਖੱਦਰ ਪਾਉਂਦਾ। ਪਾਰਟੀ ਦਾ ਕੰਮ ਕਿੰਨੇ ਸਾਲ ਕੀਤਾ ਹੈ? ਹਾਂ, ਕਾਂਗਰਸ ਦਾ ਜਿਹੜਾ ਵਰਕਰ ਹੁੰਦਾ ਸੀ ਉਹ ਵੀ ਇਲੈਕਟਡ ਡੈਲੀਗੇਟ ਹੁੰਦਾ ਸੀ, ਪਿੰਡ ਤੋਂ ਯੂਨਿਟ ਚੁਣਿਆ ਜਾਂਦਾ ਸੀ, ਇਲੈਕਸ਼ਨ ਹੁੰਦੇ ਸੀ, ਬੜੀ ਫਸਵੀਂ ਲੜਾਈ ਹੁੰਦੀ ਸੀ ਵਿਦ ਇਨ ਪਾਰਟੀ। ਇਹ ਪੈਟਰਨ ਅੱਜ ਕੱਲ੍ਹ ਕੈਨੇਡਾ ਅਮਰੀਕਾ 'ਚ ਹੈ, ਉੱਥੇ ਕੈਂਡੀਡੇਟ ਪਹਿਲਾਂ ਚੁਣਿਆ ਜਾਂਦਾ। ਉਦੋਂ ਸਾਡੇ ਵੀ ਸੀਗਾ, ਲੇਕਿਨ ਅਸੀਂ ਉਹਨਾਂ ਦੀ ਹਾਂ ਤੋਂ ਪਾਸੇ ਹੋ ਗਏ ਜੀ। ਸਾਡੇ ਵੀ ਅਸੀਂ ਡੈਲੀਗੇਟ ਚੁਣਿਆ ਜਾਂਦਾ ਸੀ, ਡੈਲੀਗੇਟ ਦੇ ਜਿਹਦੇ ਨਾਲ ਡੈਲੀਗੇਟ ਜ਼ਿਆਦਾ ਹੁੰਦੇ ਸੀ ਉਹਨੂੰ ਹਲਕੇ ਟਿਕਟ ਦਿੰਦੇ ਸੀ ਜੀ ਜੀ ਜੀ।
ਇਹਦੇ ਵਿੱਚ ਲਖਵਿੰਦਰ ਜੀ ਹੁਣ ਇਹ ਵੀ ਨਾਲ ਦੱਸ ਦਿਓ ਕਿ ਜਿਹੜੇ ਵੱਡੇ ਆਗੂ ਸੀ ਉਹ ਵਰਕਰਾਂ ਨੂੰ ਪ੍ਰੋਟੈਕਟ ਕਿਵੇਂ ਕਰਦੇ ਸੀ, ਉਹਨਾਂ ਨੂੰ ਕਾਰੋਬਾਰ 'ਚ ਕਿਵੇਂ ਲੈ ਕੇ ਆਉਂਦੇ ਸੀ, ਉਹ ਵੀ ਇੱਕ ਬੜੀ ਦਿਲਚਸਪ ਕਹਾਣੀ ਉਹ ਹੈ। ਦੱਸਣ ਲੱਗਿਆ ਜਿੱਦਾਂ ਅੱਜ ਦੀ ਤਾਜ਼ਾ ਕੁਦਰਤੀ ਅੱਜ ਇਹੋ ਜਿਹਾ ਮੌਕਾ ਬਣ ਗਿਆ ਵੀ ਸਾਡੇ ਜਿਹੜੇ ਨੌਜਵਾਨ ਯੰਗ, ਮੇਰਾ ਉਹਨਾਂ ਨਾਲ ਬਹੁਤ ਪਿਆਰ ਹੈ। ਮੈਂ ਇਹ ਤਾਂ ਨਹੀਂ ਕਹਿ ਸਕਦਾ ਵੀ ਮੇਰਾ ਉਹਨਾਂ ਦੇ ਹੱਥ ਰਿਹਾ, ਲੇਕਿਨ ਇਹ ਵੀ ਮੈਂ ਥੋੜੀ ਬਹੁਤੀ ਮੇਰੀ ਸਲਾਹ ਲੈ ਲੈਂਦੇ ਆ ਜੀ। ਅੱਜ ਉਹ ਬਠਿੰਡੇ ਗਏ, ਜਿਸ ਤਰੀਕੇ ਦੀ ਵਰਕਿੰਗ ਉਹਨਾਂ ਦੀ ਸੀ, ਪਬਲਿਕ 'ਚ ਵਿਚਰੇ ਨੇ ਉਹਨਾਂ ਦੇ ਨਾਲ ਉਹਨਾਂ ਦੇ ਅਨਪਲਾਈਡ ਬੇਟੇ ਨੂੰ ਉਹਨਾਂ ਨੇ ਲੈਟਰ ਦਿੱਤਾ ਇੰਪਲੋਇਮੈਂਟ ਦਾ। ਫਿਰ ਉਹਨਾਂ ਨੇ ਅਨਾਉਂਸਮੈਂਟ ਕੀਤੀ ਵੀ ਜੋ ਭਰਵਾਈ ਹੈ ਮੈਂ ਜੀ ਕਰ ਸਕਦਾ। ਜੋ ਤੁਸੀਂ ਮੌਜੂਦਾ ਮੁੱਖ ਮੰਤਰੀ ਦੀ ਅੱਜ ਦੀ ਗੱਲ ਕਰ ਰਿਹਾ ਮੈਂ, ਅੱਜ ਦੀ ਚਰਨਜੀਤ ਚੰਨੀ ਉਹਨਾਂ ਦੀ ਅੱਜ ਜੋ ਹੋਇਆ ਬਠਿੰਡੇ 'ਚ ਜੀ। ਔਰ ਉਹ ਤੋਂ ਬਾਅਦ ਉਹਨਾਂ ਨੇ ਪਰਿਵਾਰ 'ਚ ਬੈਠ ਕੇ ਰੋਟੀ ਖਾਧੀ, ਉਹਨਾਂ ਨੇ ਸਾਰੀ ਸਿਕਿਉਰਿਟੀ ਪਾਸੇ ਕਰਤੀ। ਇਹ ਮੈਂ ਜਿਹੜੀ ਸ਼ੁਰੂ 'ਚ ਕਹਿ ਵੀ ਕਰਨ ਨਜ਼ਰ ਆਉਂਦੀ ਹੈ, ਇਹ ਉਸ ਕਾਂਗਰਸੀ ਕਰਨ ਜੀ, ਉਸ ਟਾਈਮ ਦੀ ਵੀ ਪਬਲਿਕ 'ਚ ਬੈਠਣਾ, ਪਬਲਿਕ ਸੱਥਾਂ 'ਚ ਬੈਠਣਾ, ਲੋਕਾਂ ਦੀਆਂ ਗੱਲਾਂ ਸੁਣਨੀਆਂ। ਫਿਰ ਜਿਹੜੀ ਕਿਵੇਂ ਪ੍ਰੋਟੈਕਟ ਕਰਦੇ ਸੀ ਵਰਕਰ ਨੂੰ, ਜਿਹੜੀ ਤੁਸੀਂ ਕੁਐਸਚਨ ਕੀਤਾ, ਹਾਂਜੀ, ਉਹ ਕਾਰੋਬਾਰੀ ਤੌਰ ਦੇ ਉੱਤੇ, ਜਿਵੇਂ ਫਾਰ ਐਗਜ਼ਾਮਪਲ 72 ਦੇ ਵਿੱਚ ਗਿਆਨੀ ਜੈਲ ਸਿੰਘ ਚੀਫ ਮਿਨਿਸਟਰ ਬਣੇ। ਪਹਿਲਾਂ ਸ਼ਰਾਬ ਦੇ ਠੇਕਿਆਂ ਦੀ ਆਕਸ਼ਨ ਹੁੰਦੀ ਸੀ, ਉਹਨਾਂ ਨੇ ਕਿਹਾ ਨਹੀਂ ਲਾਇਸੈਂਸ ਸਿਸਟਮ ਕਰ ਦਿਓ। ਉਹਨਾਂ ਨੇ ਵਰਕਰਾਂ ਨੂੰ ਜਾਂ ਨੀਡੀ ਪਰਸਨ ਨੂੰ ਲਾਇਸੈਂਸ ਫੀਸ ਹੁੰਦੀ ਸੀ ਫਿਕਸ, ਉਹਨਾਂ ਸਰਕਾਰ ਦਾ ਰੈਵਨਿਊ ਵੀ ਵਧਿਆ ਔਰ ਇੰਪਲਾਇਮੈਂਟ ਵੀ ਮਿਲੀ। ਫਿਰ ਉਹਨਾਂ ਨੇ ਕਿਹਾ ਵੀ ਜਿਹੜਾ ਜਿੱਦਾਂ ਹੁਣ ਗੱਲ ਚੱਲਦੀ ਹੈ ਵੀ ਰੇਤੇ ਬਜਰੀ ਦਾ ਕਾਰਪੋਰੇਸ਼ਨ ਬਣਾ ਦਿਓ, ਲਾਇਸੈਂਸ ਇਸ਼ੂ ਕਰ ਦਿਓ ਜੀ, ਰੇਤੇ ਦਾ ਪ੍ਰਾਈਸ ਥੱਲੇ ਆਏਗੀ, ਰੈਵਨਿਊ ਵਧੇਗਾ। ਜੇ ਰੇਤੇ ਬਜਰੀ ਦੀ ਰੈਵਨਿਊ ਤੁਸੀਂ ਇਕੱਲਾ ਕਰ ਲਓ ਤਾਂ ਪੰਜਾਬ ਦਾ ਖਜ਼ਾਨਾ ਫੁੱਲ ਹੈ, ਪੰਜਾਬ ਨੂੰ ਕਿਸੇ ਪੈਸਾ ਲੈਣ ਦੀ ਲੋੜ ਹੀ ਨਹੀਂ ਜੀ। ਪੰਜਾਬ ਦਾ ਜਿਹੜਾ ਖਰਚਾ ਆਪਣਾ ਘੱਟ ਹੈ, ਪੰਜਾਬ ਨੂੰ ਇੰਟਰਸਟ ਜ਼ਿਆਦਾ ਪੈ ਰਿਹਾ ਜੀ। ਉਹ ਵੀ ਤੁਸੀਂ ਥੋੜਾ ਜਿਹਾ ਇਹਦੇ 'ਚ ਦੱਸ ਦਿਓ ਨਾ, ਮੈਂ ਥੋੜਾ ਦੱਸਣਾ ਚਾਹੁੰਦਾ ਕਿਵੇਂ ਠੇਕੇ ਦਿੱਤੇ ਜਾਂਦੇ ਸੀ ਜਾਂ ਭੱਠੇ ਦਿੱਤੇ ਜਾਂਦੇ ਸੀ, ਨਾਲ ਜਿਹੜੇ ਕਾਰੋਬਾਰੀ ਹੁੰਦੇ ਸੀ, ਕਾਰੋਬਾਰੀ ਉਹਨਾਂ ਲੋਕਾਂ ਦਾ ਸਟਾਈਲ ਸੀ ਇਹ। ਚਾਹੇ ਦਰਬਾਰਾ ਸਿੰਘ ਹੋਣੀ ਸੀਗੇ, ਅੱਜ ਦੇ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਵੀ ਦਰਬਾਰਾ ਸਿੰਘ ਚੀਫ ਮਿਨਿਸਟਰ ਹੁੰਦਾ ਸੀਗਾ। ਉਦੋਂ ਇਹ ਸੀਗਾ ਜਿਹੜੇ ਲੀਡਰ ਹੁੰਦੇ ਸੀ ਉਹਨਾਂ ਨੇ ਕਹਿਣਾ ਵੀ ਹਾਂ ਯਾਰ ਇਹ ਗਰੀਬ ਵਰਕਰ ਹੈ, ਇਹਦੇ ਕੋਲ ਪੈਸਾ ਨਹੀਂ, ਪਰ ਸਾਡੀ ਪਾਰਟੀ ਦੀ ਸਰਕਾਰ ਹੈ, ਅਸੀਂ ਇਹਦੀ ਮਦਦ ਕਰਨੀ ਚਾਹੁੰਦੇ ਹਾਂ। ਪੈਸਾ ਉਹ ਲੈ ਨਹੀਂ ਸਕਦਾ, ਪੈਸਾ ਕਿਸੇ ਕੋਲ ਹੈ ਨਹੀਂ ਸੀ। ਉਹਨਾਂ ਨੇ ਫਿਰ ਕਿਸੇ ਸ਼ਾਹੂਕਾਰ ਨੂੰ ਜਾਂ ਪਿੰਡ ਦੇ ਕਿਸੇ ਨੂੰ ਜਿਹੜਾ ਕਾਂਗਰਸੀ ਹੁੰਦਾ ਸੀ ਉਹਨੂੰ ਕਹਿਣਾ ਯਾਰ, ਉਹਨਾਂ ਦਿਲਾਂ 'ਚ ਲੋਹੇ ਦੇ ਕੋਟੇ ਹੁੰਦੇ ਸੀ, ਭੱਠੇ ਦਾ ਲਾਇਸੈਂਸ ਹੁੰਦਾ ਸੀਗਾ, ਕਾਰੋਬਾਰ ਹੁੰਦੇ ਸੀਗੇ, ਕੋਇਲੇ ਦਾ ਹੁੰਦਾ ਸੀਗਾ, ਵੀ ਪੈਸੇ ਫਲਾਣਾ ਬੰਦਾ ਲਾਊਗਾ, ਉਹਦੇ ਨਾਲ ਫਲਾਣੇ ਬੰਦੇ ਰਲ ਕੇ ਜਿਹੜਾ ਆਮਦਨ ਹੈ ਸਰਕਾਰ ਦਾ ਜਿਹੜਾ ਬਣਦੀ ਫੀਸ ਦਿਓ ਤੇ ਆਪਣਾ ਕਾਰੋਬਾਰ ਕਰੋ। ਉਹਦੇ ਨਾਲ ਇੱਕ ਤਾਂ ਰਿਸ਼ਵਤ ਖਤਮ ਸੀ, ਰੈਵਨਿਊ ਬਹੁਤ ਜਨਰੇਟ ਹੁੰਦਾ ਸੀ ਜੀ, ਇੰਨਾ ਜਨਰੇਟ ਹੁੰਦਾ ਸੀ ਤੁਸੀਂ ਸੋਚ ਨਹੀਂ ਸਕਦੇ ਜੀ। ਪੈਸੇ ਦੀ ਕਮੀ ਨਹੀਂ ਸੀ। ਹੁਣ ਅੱਜ ਜਿਹੜੇ ਅਸੀਂ ਕਰਜ਼ਾਈ ਹਾਂ, ਇਹ ਕੋਈ ਪੰਜਾਬ ਦੇ ਜਿੰਨਾ ਅਸੀਂ ਪੰਜਾਬ ਦੀ ਡਿਵੈਲਪਮੈਂਟ ਤੇ ਪੈਸਾ ਲਾਉਂਦੇ ਹਾਂ ਉਹਦੇ ਨਾਲ ਵੱਧ ਅਸੀਂ ਜਿਹੜਾ ਸੈਂਟਰ ਗਵਰਨਮੈਂਟ ਨੂੰ ਇੰਟਰਸਟ ਭਰ ਰਹੇ ਹਾਂ। ਲੋਨ ਦਾ ਜਿਹੜਾ ਲੋਨ ਕਾਹਦੇ ਵਾਸਤੇ ਲਿਆ ਜੀ? ਹਿੰਦੁਸਤਾਨ ਨੂੰ ਪ੍ਰੋਟੈਕਟ ਕਰਨ ਵਾਸਤੇ, ਨਾਟ ਪੰਜਾਬ। ਡਿਊਰਿੰਗ ਟੈਰੋਰਿਜ਼ਮ ਪੰਜਾਬ ਮੱਥੇ ਤੇ ਸੀਗਾ, ਸਿਰ ਸੀਗਾ ਹਿੰਦੁਸਤਾਨ ਦਾ। ਜੇ ਇੱਥੋਂ ਅਟੈਕ ਹੁੰਦਾ ਸੀ, ਟੈਰਰਿਸਟ ਤੋਂ ਐਂਟਰ ਕਰਦੇ ਸੀ, ਦੇਸ਼ ਦੇ ਵਾਸਤੇ ਸੀ, ਨਾਟ ਕੇ ਪੰਜਾਬ ਵਾਸਤੇ ਜੀ। ਰਾਖੀ ਤਾਂ ਅਸੀਂ ਸਾਰੇ ਇੰਡੀਆ ਦੀ ਕੀਤੀ ਹੈ ਤੇ ਹਰਜਾਨਾ ਵੀ ਅਸੀਂ ਭਰ ਰਹੇ ਹਾਂ। ਉਹ ਘੱਟੋ ਘੱਟ ਸਾਡਾ ਸੈਂਟਰ ਜਿਹੜਾ ਇੰਟਰਸਟ ਤਾਂ ਮਾਫ ਕਰੇ। ਬਿਲਕੁਲ, ਜਿੱਦਾਂ ਢਿੱਲੋਂ ਸਾਹਿਬ ਹੁੰਦਾ ਸੀ ਕਿ ਅਫਗਾਨ ਤੋਂ ਆਉਂਦੇ ਸੀਗੇ ਲੋਕ, ਅਬਦਾਲੀ ਵਰਗੇ ਜਾਂ ਹੋਰ ਇਸ ਰਾਊਟ ਤੋਂ ਆਉਂਦੇ ਸੀ, ਤਾਂ ਸਭ ਤੋਂ ਪਹਿਲਾ ਨਿਸ਼ਾਨਾ ਪੰਜਾਬ ਇਹ ਹੁੰਦਾ ਸੀ, ਚਾਹੇ ਉਹ ਪਾਕਿਸਤਾਨੀ ਪੰਜਾਬ ਸੀ ਚਾਹੇ ਭਾਰਤ ਦਾ ਮੌਜੂਦਾ ਉਸ ਵੇਲੇ ਦੇ ਧੜ ਵੀ ਸੀਗੇ, ਉਸ ਵੇਲੇ ਧੜ ਵੀ ਨੂੰ ਰੋਕਣਾ। ਤੇ ਅੱਜ ਅਸੀਂ ਜੇ ਪੰਜਾਬ ਨੂੰ ਸੋਨੇ ਦੀ ਚਿੜੀਆ ਖਵਾਉਣਾ ਚਾਹੁੰਦੇ ਆ ਕਿ ਭਾਈ ਦੁਬਾਰੇ ਇੱਥੇ ਫਸਲਾਂ ਉਦਾਂ ਹੀ ਸੋਨੇ ਦੀ ਤਰ੍ਹਾਂ ਲਹਿਰਾਉਣ, ਅਸੀਂ ਫਰਟੀਲਾਈਜ਼ਰ ਘੱਟ ਪਾਈਏ, ਖਾਦਾਂ ਘੱਟ ਪਾਈਏ ਤੇ ਅਸੀਂ ਆਪਣੇ ਪਾਣੀ ਨੂੰ ਬਚਾ ਲਈਏ, ਸਾਡੇ ਕੁਦਰਤੀ ਸਰੋਤ ਬਚਾ ਲਈਏ, ਉਹਨਾਂ ਲਈ ਸਾਨੂੰ ਪੈਸਾ ਤਾਂ ਚਾਹੀਦਾ ਹੀ ਹੈ ਜੀ। ਤੇ ਉਹ ਜੇ ਅਸੀਂ ਲੋਨ ਦਾ ਕਰਜ਼ਾ ਹੀ ਤਾਰੀ ਜਾਵਾਂਗੇ ਤਾਂ ਕਿੱਦਾਂ ਬਣੂਗੀ ਗੱਲ? ਕਿੱਦਾਂ ਬਣੂਗੀ ਗੱਲ? ਇੱਕ ਲਖਵਿੰਦਰ ਸਿੰਘ ਜੀ ਬੜੀ ਇੰਟਰਸਟਿੰਗ ਗੱਲ ਹੈ ਤੁਹਾਡੇ ਵੇਲੇ ਦੀ ਹੈ, ਕਿਉਂਕਿ 1966 ਦੇ ਵਿੱਚ ਹਰੀ ਕ੍ਰਾਂਤੀ ਲਿਆਉਣ ਨੂੰ ਕਿਹਾ ਗਿਆ ਸੀ ਤੇ ਅੱਜ ਕਿਸਾਨਾਂ ਦਾ ਮਸਲਾ ਬਹੁਤ ਜ਼ਿਆਦਾ ਗੰਭੀਰ ਹੋਇਆ ਜੀ ਪੰਜਾਬ ਦੇ ਵਿੱਚ। ਹਰੀ ਕ੍ਰਾਂਤੀ ਲਿਆਂਦੀ ਹੈ ਕਿਸਾਨਾਂ ਨੇ ਲਿਆਂਦੀ ਹੈ, ਉਹ ਵੀ ਕਾਂਗਰਸ ਪਾਰਟੀ ਦੀ ਪਾਲਿਸੀ ਸੀ, ਇੰਦਰਾ ਜੀ ਦੀ ਪਾਲਿਸੀ ਸੀ ਜੀ। ਕਿਉਂਕਿ ਸਾਡਾ ਜਦੋਂ ਅਨਾਜ ਜਿਹੜਾ ਸੀ ਅਸੀਂ ਅਮਰੀਕਾ ਤੋਂ ਮੰਗਿਆ, ਜਿਹੜਾ ਸਭ ਤੋਂ ਘਟੀਆ, ਤੁਸੀਂ ਤੇ ਬਹੁਤ ਛੋਟੀ ਉਮਰ ਹੈ ਤੁਹਾਡੀ, ਢਿੱਲੋਂ ਸਾਹਿਬ ਨੂੰ ਸ਼ਾਇਦ ਦੇਖੀ ਹੋਣੀ ਹੈ, ਅਸੀਂ ਖਾਧੀ ਹੈ, ਮੈਕਸੀਕਨ ਕਣਕ ਹੁੰਦੀ ਸੀ। ਹਾਂ, ਮੈਕਸੀਕਨ ਹੁੰਦੀ ਸੀ ਜੀ। ਉਹਦੀ ਲਾਲ ਰੰਗ ਦੀ ਰੋਟੀ ਹੁੰਦੀ ਸੀ ਔਰ ਪੱਕਣ ਤੋਂ ਬਾਅਦ ਜਿੰਨਾ ਮਰਜ਼ੀ ਦੇਸੀ ਘਿਓ ਮੱਖਣ ਲਾ ਲਓ ਉਹ ਸੁੱਕ ਜਾਂਦੀ ਸੀ ਜੀ। ਪਰ ਸਭ ਤੋਂ ਜਿਹੜੀ ਘਟੀਆ ਕਣਕ ਸੀ ਉਹ ਸਾਨੂੰ ਸਪਲਾਈ ਕੀਤੀ ਅਮਰੀਕਾ ਨੇ ਜੀ।
ਉਸ ਤੋਂ ਬਾਅਦ ਫਿਰ ਇੰਦਰਾ ਜੀ ਨੇ ਫੈਸਲਾ ਲਿਆ ਵੀ ਇਹਦਾ ਤੇ ਫਿਰ ਪੰਜਾਬ ਦਾ ਜਿਹੜਾ ਕਿਸਾਨ ਸੀਗਾ, ਦੇਖੋ ਪੰਜਾਬੀ ਕਿੱਥੇ ਕਿੱਥੇ ਪ੍ਰੋਟੈਕਟ, ਹਰੀ ਕ੍ਰਾਂਤੀ ਲਿਆਂਦੀ, ਕਾਮਯਾਬ ਹੋ ਗਏ, ਵਾਧੂ ਕਰਤਾ ਨਾਲ। ਉਸ ਤੋਂ ਬਾਅਦ ਦੇਸ਼ ਦੇ ਉੱਤੇ ਇੱਕ ਭੀੜ ਪਈ, ਜਾਪਾਨ ਨੇ ਹਮਲਾ ਕੀਤਾ, ਅੰਡੇਮਾਨ ਨਿਕੋਬਾਰ ਤੇ ਕਬਜ਼ਾ ਕਰ ਲਿਆ ਜੀ। ਉਦੋਂ ਸਾਡੇ ਪੰਜਾਬੀ ਜਾ ਕੇ ਇੰਦਰਾ ਜੀ ਨੇ ਵਸਾਏ ਉੱਤੇ, ਤੇ ਅੱਜ ਉਹ ਪ੍ਰੋਟੈਕਟ ਹੈ। ਔਰ ਜਿੰਨਾ ਹਿੰਦੁਸਤਾਨ ਦਾ 90% ਮਸਾਲਾ ਹੈ, ਕਾਲੀ ਮਿਰਚ, ਦੂਜੀ ਹੋਈ ਜੈਫਲ, ਗਲਮ, ਉਹਦੀ ਸਾਰੀ ਖੇਤੀ ਸਾਡੇ ਪੰਜਾਬੀਆਂ ਕੋਲ ਹੈ ਜੀ। ਉਹ ਇੰਦਰਾ ਜੀ ਦੇ ਵਸਾਏ ਹੋਏ ਨੇ। ਪੰਜਾਬੀ ਤੇ ਜਿੱਥੇ ਗਏ ਨੇ ਉਹਨਾਂ ਨੇ ਜੋ ਕੋਈ ਨਿਸ਼ਾਨਾ ਦਿੱਤਾ ਗਿਆ। ਅੱਜ ਕੀ ਕਾਟਨ ਸਾਡੇ ਜਿਹੜੇ ਅੱਜ ਜਿਵੇਂ ਸਾਡੇ CM ਸਾਹਿਬ ਚੰਨੀ ਸਾਹਿਬ ਗਏ ਨੇ, ਉਹ ਟਿੰਡੇ ਨੇ ਜਿਹੜੇ ਕਾਟਨ ਦੇ ਜਾਂ ਨਰਮੇ ਦੇ ਆਪਾਂ ਕਹਿ ਲਈਏ ਜੀ, ਜਿਹਨੂੰ ਗੁਲਾਬੀ ਸੁੰਡੀ ਜਾਂਦਾ ਕਹਿੰਦੇ ਆ। ਹਾਂਜੀ ਹਾਂਜੀ। ਜਿਹੜਾ ਬੀਜ ਹੈ, ਬੀਜ ਨੂੰ ਇੰਨਾ ਉਹਨੂੰ ਜਿਹੜਾ ਕੈਮੀਕਲ ਵਗੈਰਾ ਲਾ ਕੇ ਸਾਰਾ ਕੁਝ ਦੇ ਕੇ, ਤੋਂ ਜਿਹੜਾ ਸੀ ਬਿਮਾਰੀ ਰਹਿਤ ਕਹਿ ਸਕਦੇ, ਲੇਕਿਨ ਉਹ ਬਿਮਾਰੀ ਰਹਿਤ ਨਹੀਂ, ਬਿਮਾਰੀ ਉਹਨੂੰ ਲੱਗੀ। ਕਿਉਂ ਲੱਗੀ? ਵੀ ਉਹ ਨਕਲੀ ਹੈ। BT ਕਾਟਨ ਦਿੱਤੇ ਹੀ ਇਸ ਕਰਕੇ ਗਿਆ ਸੀ, ਉਹ ਨਕਲੀ ਹੈ। ਹਾਂ ਜੀ, ਨਕਲੀ ਹੈ, ਤੇ ਉਹ ਵੀ ਤਾਂ ਜ਼ਿਮੀਂਦਾਰ ਤੇ ਮਾਰ ਪਈ ਹੈ ਜੀ। ਇਹਨਾਂ ਚੀਜ਼ਾਂ ਨੂੰ ਮੈਂ ਉਹੀ ਕਹਿਣਾ ਕਿ ਕਿਸਾਨ ਫਿਰ ਵੀ ਕਰਜ਼ਦਾਰ ਹੋਇਆ। ਸਾਰੇ ਦੇਸ਼ ਨੂੰ ਅੰਨ ਦੇ ਕੇ, ਇੰਦਰਾ ਜੀ ਦੀ ਪਾਲਿਸੀ ਲਿਆ ਕੇ, ਹਰੀ ਕ੍ਰਾਂਤੀ ਲਿਆ ਕੇ, ਕਣਕ ਝੋਨਾ ਜੋ ਮੰਗਿਆ ਦੇਸ਼ ਨੇ ਉਹ ਦਿੱਤਾ ਕਿਸਾਨ ਨੇ, ਵਾਧੂ ਹੈ। ਫਿਰ ਵੀ ਅੱਜ ਕਿਸਾਨ ਜ਼ਿਆਦਾ ਕਰਜ਼ਦਾਰ ਹੈ, ਕਿਸਾਨ ਆਤਮ ਹੱਤਿਆ ਕਰਦਾ ਆ। ਉਹਦਾ ਕਾਰਨ ਇਹ ਹੈ ਵੀ ਜਿਹੜੀ ਸਰਕਾਰਾਂ ਨੇ ਉੱਪਰਲੀਆਂ, ਜਿਹੜੀਆਂ ਉੱਪਰਲੀਆਂ ਸਰਕਾਰਾਂ ਨੇ, ਉਹ ਐਂਟੀ ਕਿਸਾਨ ਨੇ, ਉਹਨਾਂ ਦੀਆਂ ਜਿਹੜੀਆਂ ਉਹ ਟ੍ਰੇਡਰ ਦੇ ਨਾਲ ਨੇ। ਸਾਨੂੰ ਤਾਂ ਚਾਰੇ ਪਾਸੇ ਮਾਰ ਪੈਂਦੀ ਹੈ। ਹੁਣ ਜਿਹੜਾ ਅਡਾਨੀ ਦੀ ਬੰਦਰਗਾਹ ਦੇ ਉੱਤੇ ਜਿਹੜਾ ਇੰਨਾ ਚਿੱਟਾ ਫੜਿਆ ਗਿਆ, ਅਰਬਾਂ ਖਰਬਾਂ ਦੇ ਹਿਸਾਬ ਨਾਲ, ਬਦਾਮ ਪੰਜਾਬ ਹੋ ਰਿਹਾ, ਆ ਕਿੱਥੋਂ ਰਿਹਾ? ਗੁਜਰਾਤ ਚੋਂ। ਹਾਂਜੀ, ਪੰਜਾਬ ਬਦਨਾਮ ਹੋ ਰਿਹਾ ਵੀ ਜੀ ਚਿੱਟਾ ਜੀ ਐ। ਪੰਜਾਬ ਦਾ ਕਿਹੜਾ ਪੰਜਾਬੀ ਦੱਸੋ ਜੀ? ਜੇ ਪੰਜਾਬ ਦਾ ਜੇ ਕੋਈ ਯੂਥ ਡਰੱਗ 'ਚ ਪੈਂਦਾ ਹੈ ਤਾਂ ਉਹ ਵਿਚਾਰਾ ਮਾਯੂਸੀ ਦਾ ਮਾਰਿਆ ਹੋਇਆ, ਅਨਪਲਾਇਮੈਂਟ ਹੈ ਉਹਦੇ ਕੋਲ। ਤੁਸੀਂ ਇੰਪਲਾਇਮੈਂਟ ਦਿਓ, ਰੇਤੇ ਦੇ ਲਾਇਸੈਂਸ ਦਿਓ। ਜਿੱਥੇ ਇੱਕ ਖਾਨ 'ਚ ਇੱਕ ਬੰਦਾ ਬੈਠਾ ਅਰਬਾਂ ਰੁਪਏ ਕਮਾ ਰਿਹਾ, ਉੱਥੇ 1000 ਯੂਥ ਨੂੰ ਦੇ ਦਿਓ ਲਾਇਸੈਂਸ। ਪਹਿਲਾਂ ਵੀ ਇਹ ਜੁਆਇੰਟ ਹੈ, ਕੋਆਪਰੇਟਿਵ ਤੌਰ ਤੇ। ਤੁਸੀਂ ਇਹ ਜਿੰਨੀ ਕਮਾਈ ਹੈ ਬਰਾਬਰ ਵੰਡੀ ਜਾਊਗੀ। ਟੀਚਰ ਹੈ, ਜਿੰਨੇ ਸਾਡੇ ਕੋਲ ਟੀਚਰਾਂ ਦੀਆਂ ਪੋਸਟਾਂ ਖਾਲੀ ਪਈਆਂ ਹੈ, ਉਹਨੇ ਤੇ ਟੀਚਰ ਅਨਪਲਾਇਡ ਹੈ ਹੀ ਨਹੀਂ ਕਿ ਪੋਸਟਾਂ ਸਾਡੇ ਕੋਲ ਵਾਧੂ ਨੇ ਜੀ। ਕਿਉਂ? ਬਿਊਰੋਕ੍ਰੇਸੀ ਦਾ ਰਾਜ ਹੈ, ਬਿਊਰੋਕ੍ਰੇਸੀ ਉਸ ਪਾਸੇ ਤੁਰਦੀ ਨਹੀਂ ਗਈ ਜੀ। ਅੱਜ ਸਾਡੀਆਂ ਕਾਰਪੋਰੇਸ਼ਨਾਂ ਨੇ, ਮੈਂ ਨਹੀਂ ਨਾਂ ਲੈਂਦਾ ਵੀ ਸਾਡੀ ਸਰਕਾਰ ਨੇ ਜਾਂ ਕਿਹੜੇ ਚੀਫ ਮਿਨਿਸਟਰ ਨੇ ਕੀਤਾ, 99.9% ਰਿਟਾਇਰਡ ਬਿਊਰੋਕਰੇਟ ਬੈਠੇ ਨੇ, ਉਹ ਆਪਣੇ ਹਿਸਾਬ ਨਾਲ ਚਲਾਉਂਦੇ ਨੇ। ਅੱਛਾ, ਇੱਥੇ ਮੈਂ ਤੁਹਾਡੇ ਤੋਂ ਇੱਕ ਸਵਾਲ ਹੋਰ ਪੁੱਛਦਾ, ਤੁਸੀਂ ਤਾਂ ਚੇਅਰਮੈਨ ਵੀ ਰਹੇ ਹੋ, ਕਿ ਕੇਂਦਰ ਦੀਆਂ ਬਹੁਤ ਸਾਰੀਆਂ ਸਕੀਮਾਂ ਲੈਣ ਵਿੱਚ ਸਭ ਤੋਂ ਜੇ ਨਕੰਮੀਆਂ ਸਥਿਤੀ ਆ ਪੰਜਾਬ ਦੀ ਆ, ਇਹਨਾਂ ਰਾਸਤੇ ਇਹਨਾਂ ਦੇ ਕਰਕੇ ਹੀ ਆ ਨਾ, ਜਿਹੜੇ ਬਿਊਰੋਕਰੇਟਸ ਉਹ ਕਰਦੇ ਨਹੀਂ ਕੰਮ ਉਹਨਾਂ। ਇਹ ਦੱਸੋ, ਮੈਂ ਆਪਣੀ ਐਗਜ਼ਾਮਪਲ ਦੇਣ ਲੱਗਿਆ। ਹਾਂਜੀ, ਔਰ ਇਹ ਆਨ ਦਾ ਰਿਕਾਰਡ ਹੈ, ਮੇਰੀ ਬਣਾਉਟੀ ਗੱਲ ਨਹੀਂ ਹੈ, ਮੈਂ ਬਣਾਈ ਗਿਆ। ਜਦੋਂ ਮੈਂ ਬੈਕਫਿੰਕੋ ਦਾ ਚੇਅਰਮੈਨ ਬਣਿਆ, ਬੈਕਫਿੰਕੋ ਇੱਕ ਇਹੋ ਜਿਹੀ ਕਾਰਪੋਰੇਸ਼ਨ ਸੀ ਜਿਹਦੇ 'ਚ 5000 ਲੋਨ ਤੋਂ ਲੈ ਕੇ 5 ਲੱਖ ਤੱਕ ਸੀਗਾ ਗਰੀਬ ਗੁਰਬਿਆਂ ਵਾਸਤੇ, ਔਰ ਉੱਤੇ ਸਬਸਿਡੀ ਵੀ ਸੀ 25%। ਜਦੋਂ ਮੈਂ ਹਿਸਾਬ ਕਿਤਾਬ ਸਾਰਾ ਲਾਇਆ ਤਾਂ ਪਹਿਲੀ ਮੀਟਿੰਗ ਤੋਂ ਬਾਅਦ ਦੂਜੀ ਮੀਟਿੰਗ ਸਾਡੇ ਕਿਹਾ ਕਿ ਤਾਂ ਬੈਕਲੌਗ ਬਹੁਤ ਸੀਗਾ। ਜਿਹੜਾ ਫਸਟ ਉਹਦਾ ਫਾਊਂਡਰ ਪ੍ਰੈਜ਼ੀਡੈਂਟ ਸੀ, ਉਹ ਮਿਸਟਰ ਪੰਨੂ, ਦਲਜੀਤ ਸਿੰਘ ਪੰਨੂ ਹੁੰਦੇ ਸੀਗੇ, ਤਰਨਤਾਰਨ ਦੇ। ਅੱਛਾ ਜੀ। ਕੈਰੋਂ ਦੇ ਟਾਈਮ ਤੇ ਬਣਾਈ ਸੀ ਗਿਆਨੀ ਜੈਲ ਸਿੰਘ ਨੇ ਉਹ ਜੀ, ਤੇ ਕੈਰੋਂ ਦਾ ਬੰਦਾ ਸੀ ਉਹ। ਉਹਨੇ ਆਪਣੇ ਏਰੀਏ 'ਚ ਬਹੁਤ ਲੋਨ ਦਿੱਤੇ, ਤੇ ਲੋਨ ਦੇ ਵਿੱਚ ਉਹਨਾਂ ਜ਼ਮਾਨਿਆਂ 'ਚ 5000 ਬਹੁਤ ਸੀ, ਅੱਜ ਦਾ 50 ਲੱਖ ਵਰਗਾ, 72-73 ਦੀ ਗੱਲ ਹੈ ਜੀ। ਉਹ ਬੈਕਲੌਗ ਇੰਨਾ ਸੀਗਾ। ਤੇ ਉਸ ਤੋਂ ਬਾਅਦ ਸਾਡੇ ਜਿਹੜੇ ਬੈਕਫਿੰਕੋ ਦੇ ਅਫਸਰ ਸੀ ਨਾ, ਉਹ ਹਰ ਹਫ਼ਤੇ ਆਪਣੀ ਟੂਰ ਪਾ ਲੈਂਦੇ ਸੀਗੇ ਰਿਕਵਰੀ ਦਾ ਜੀ। ਜਦੋਂ ਮੈਂ ਪਿਛਲਾ ਸਾਰਾ ਰਿਕਾਰਡ ਕੱਢਿਆ, ਲੈਣਾ ਸੀ 5000 ਹੈ, ਉਹਦੀ ਰਿਕਵਰੀ ਤੇ 50-50 ਲੱਖ ਰੁਪਇਆ, 50-50 ਲੱਖ ਰੁਪਇਆ ਰਿਕਵਰੀ ਦਾ ਬਣਾ ਹੋਇਆ ਜੀ ਜੀ ਜੀ। ਖਰਚਾ। ਅੱਛਾ ਜੀ। ਮੇਰੀ ਜਿਹੜਾ ਸਾਡਾ ਬੋਰਡ ਸੀ ਉਹਦੇ ਵਿੱਚ, ਕਿਉਂਕਿ ਬੈਕਫਿੰਕੋ ਹੈਗੀ ਆ ਆਟੋਨਮਸ ਬੋਡੀ ਜੀ, ਆਟੋਨਮਸ ਬੋਡੀ ਦੇ ਵਿੱਚ ਚੇਅਰਮੈਨ ਕੋਲ ਵੀਟੋ ਪਾਵਰ ਹੈ। ਜਦੋਂ ਬੋਰਡ 'ਚ ਗੱਲ ਹੋਈ, ਉਹ ਕਹਿੰਦੇ ਨਹੀਂ ਜੀ ਇਹ ਕਿਵੇਂ ਹੋ ਜਾਊਗਾ, ਫਲਾਣਾ ਜਾਂ ਅਫਸਰ ਜੇ ਕਹਿਣ ਲੱਗੇ। ਲਖਨਪਾਲ ਸੀ ਫਾਈਨਾਂਸ ਸੈਕਟਰੀ। ਮੈਂ ਲਖਨਪਾਲ ਜੀ ਨੂੰ ਕਿਹਾ, ਮੈਂ ਕਿਉਂ ਨਹੀਂ ਹੋ ਸਕਦਾ, ਮੈਂ ਕਿਹਾ ਮੇਰੀ ਵੀਟੋ ਪਾਵਰ ਕਰੋ, ਜਿੰਨਾ ਬੈਕਲੌਗ ਹੈ ਖਤਮ ਕਰ ਦਿਓ ਜੀ, ਠੀਕ ਹੈ ਨਾ। ਤੁਹਾਡੇ ਰਿਕਵਰੀ ਤੁਹਾਨੂੰ ਕਿੰਨਾ ਬੈਨੀਫਿਟ ਕਾਰਪੋਰੇਸ਼ਨ ਹੋਇਆ। ਫਿਰ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਸੈਂਟਰ ਦਾ ਪੈਸਾ, ਪਿਛਲੇ ਮੇਰੇ ਤੋਂ ਪਹਿਲਾਂ 10 ਸਾਲ ਤੋਂ ਸੈਂਟਰ ਦੀ ਗ੍ਰਾਂਟ ਜਿਹੜੀ ਸੀਗੀ ਉਹ 80% ਆਉਂਦੀ ਸੀ, ਲੇਕਿਨ ਪਿਛਲੇ 10 ਸਾਲ ਤੋਂ ਰੁਕੀ ਹੋਈ ਸੀ, ਕਿਉਂਕਿ ਸਟੇਟ ਦੀ ਇਕੁਇਟੀ ਚਾਹੀਦੀ ਉਸ 'ਚ।
ਉਹੀ ਜੀ ਬਿਲਕੁਲ ਹਿੱਸਾ ਚਾਹੀਦਾ ਸੀ। ਹਿੱਸਾ ਚਾਹੀਦਾ ਜੀ ਉਹ ਸਾਡੇ ਅਫਸਰ ਨਹੀਂ ਦਿੰਦੇ ਸੀ। ਜੀ ਪੰਜਾਬ ਸਰਕਾਰ ਦੇ ਬਜਟ ਸਾਡਾ ਪੈਸਾ ਨਹੀਂ ਸੀਗਾ। ਸੈਂਟਰ 'ਚ ਤੁਸੀਂ ਲੈਣ ਨਹੀਂ ਦਿੰਦੇ, ਆਪਣੇ ਕੋਲੋਂ ਦਿੰਦੇ ਨਹੀਂ, ਤੇ ਕਿਵੇਂ ਚੱਲੂ ਕੰਮ? ਬਿਲਕੁਲ। ਮੈਂ ਪ੍ਰਮਾਤਮਾ ਦੀ ਕਿਰਪਾ ਸੀ, ਮੈਨੂੰ ਕੰਮ ਕਰਨਾ ਆਉਂਦਾ ਸੀ। ਮੈਂ ਕਿਉਂਕਿ ਏਡੀ ਵੱਡੇ ਬੰਦੇ ਦਾ ਕੰਮ ਕੀਤਾ ਸੀ, ਗਿਆਨੀ ਜੈਲ ਸਿੰਘ ਨੂੰ ਹੋਮ ਮਿਨਿਸਟਰੀ 'ਚ ਵੀ, ਰਾਸ਼ਟਰਪਤੀ ਤੌਰ ਤੇ ਵੀ ਜੀ ਤਜਰਬਾ ਸੀ ਮੇਰਾ। ਮੈਂ ਫਾਈਨਾਂਸ ਸੈਕਟਰੀ ਦੇ ਗੱਲ ਪੈ ਗਿਆ ਜਾ ਕੇ ਵੀ ਤੁਸੀਂ ਲੈਟਰ ਲਿਖੋ, ਤੁਹਾਡਾ ਹੋਵੇ ਨਾ ਹੋਵੇ, ਵੀ ਅਸੀਂ ਇਕੁਇਟੀ ਦੇਵਾਂਗੇ, ਰਿਲੀਜ਼ ਕਰੋ ਪੈਸਾ। ਦੂਜੀ ਕਿਸਮਤ ਪੰਜਾਬ ਦੀ ਇਸ ਕਰਕੇ ਵਧੀਆ ਸੀ ਵੀ ਰਾਮੋ ਵਾਲੀਆ ਸੈਂਟਰ 'ਚ ਬੈਠਾ ਸੀ ਮਿਨਿਸਟਰ, ਜੀ ਉਹ ਮਿਨੋਰਟੀ ਦਾ ਪੈਸਾ ਉਹਨੇ ਦੇਣਾ ਸੀ। ਜੀ ਉਹਨਾਂ ਜ਼ਮਾਨਿਆਂ 'ਚ ਮੈਂ 64 ਕਰੋੜ ਰੁਪਈਆ ਪਹਿਲੀ ਕਿਸ਼ਤ ਲੈ ਕੇ ਆਇਆ। ਜੀ 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 ਲਖਵਿੰਦਰ ਸਿੰਘ, ਇੱਕ ਹੋਰ ਚੀਜ਼ ਦੱਸੋ ਦਰਸ਼ਕਾਂ ਨੂੰ, ਤੁਸੀਂ ਕਿੰਨੇ ਮੁੱਖ ਮੰਤਰੀ ਦੇਖ ਲਏ ਕਾਂਗਰਸ ਦੇ ਪੰਜਾਬ ਦੇ ਵਿੱਚ, ਸਭ ਤੋਂ ਵਧੀਆ ਕਾਰਜਕਾਲ ਕਿਹਦਾ ਰਿਹਾ ਲੋਕ ਭਲਾਈ ਲਈ, ਵੇਖੋ ਤੇ ਉਹਦੇ 'ਚ ਖਾਸ ਕੀ ਗੱਲ ਸੀ? ਇਹ ਕੁਐਸਚਨ ਮੇਰੇ ਵਾਸਤੇ ਬੜਾ ਔਖਾ ਹੈ, ਕਿਉਂਕਿ ਜਿਸ ਬੰਦੇ ਦਾ ਮੈਂ ਨਾਂ ਲਵਾਂਗਾ ਤੁਸੀਂ ਕਹੋਗੇ ਤੁਸੀਂ ਉਸ ਬੰਦੇ ਨਾਲ ਕੰਮ ਕੀਤਾ ਤਾਂ ਨਾਂ ਲੈਂਦੇ ਹੋ। ਨਹੀਂ, ਪਰ ਉਹਦੇ 'ਚ ਕੋਈ ਗੱਲ ਦੱਸੋ ਨਾ ਜੀ, ਆਹ ਚੀਜ਼ ਅੱਛੀ ਸੀ ਉਹਨਾਂ ਦੀ। ਮੈਂ ਸਰਦਾਰ ਦਰਬਾਰਾ ਸਿੰਘ ਗਿਆਨੀ ਜੀ ਤੋਂ ਲੈ ਕੇ ਗਿਆਨੀ ਜੀ ਦੀ ਵਰਕਿੰਗ ਦੇਖੀ ਹੈ, ਸਰਦਾਰ ਦਰਬਾਰਾ ਸਿੰਘ ਦੀ ਵਰਕਿੰਗ ਵੀ ਦੇਖੀ ਹੈ। ਉਹਨਾਂ ਵਰਗਾ ਵੀ ਇਮਾਨਦਾਰ, ਹਾਲਾਂਕਿ ਸਾਡਾ ਧੜਾ ਹੋਰ ਸੀ, ਉਹਨਾਂ ਦਾ ਦੂਜਾ ਧੜਾ ਸੀ, ਲੇਕਿਨ ਇਮਾਨਦਾਰ ਦੇ ਤੌਰ ਤੇ, ਕਾਂਗਰਸੀ ਦੇ ਤੌਰ ਤੇ ਬਹੁਤ ਕੱਟੜ ਕਾਂਗਰਸੀ ਸੀ ਸਰਦਾਰ ਦਰਬਾਰਾ ਸਿੰਘ, ਬਹੁਤ ਜ਼ਿਆਦਾ। ਉਸ ਤੋਂ ਬਾਅਦ ਤੇ ਇਹ ਬਣੇ ਪ੍ਰਕਾਸ਼, ਉਹ ਸਾਡੇ ਨਾਲ ਕੋਈ ਲਿੰਕ ਨਹੀਂ ਸੀਗਾ, ਚੀਫ ਮਿਨਿਸਟਰ ਦੀ ਗੱਲ ਕਰ ਰਹੇ ਹਾਂ ਤਾਂ ਜੀ। ਫਿਰ ਉਸ ਤੋਂ ਬਾਅਦ ਤੇ ਸਾਡੇ ਸਾਹਿਬ ਬੇਅੰਤ ਸਿੰਘ ਹੀ ਬਣੇ ਨਾ। ਸਰ ਬੇਅੰਤ ਸਿੰਘ ਦੀ ਇਹ ਸੀ ਵੀ ਸਵੇਰੇ 5 ਵਜੇ ਪੱਗ ਬੰਨ੍ਹ ਕੇ ਤਿਆਰ ਹੋ ਜਾਂਦੇ ਸੀ, ਉਸੇ ਲਈ ਤੇ ਸਾਡਾ ਪ੍ਰੈਜ਼ੈਂਟ ਜਿਹੜਾ ਚੀਫ ਮਿਨਿਸਟਰ ਜੀ ਚੱਲ ਪਿਆ। ਸਵੇਰੇ 5 ਵਜੇ ਨਿਕਲ ਜਾਂਦੇ ਘਰੋਂ ਤਿਆਰ ਹੋ ਕੇ, ਰਾਤ ਦੇ 2 ਵਜੇ ਤੱਕ ਕੰਮ ਕਰਦੇ ਆ ਜੀ। ਔਰ ਸਰ ਬੇਅੰਤ ਸਿੰਘ ਮੈਨੂੰ ਇੰਨਾ ਯਾਦ ਹੈ, ਕਈ ਵਾਰੀ ਨਾ, ਕਿਉਂਕਿ ਮੈਂ ਉਹਨਾਂ ਨਾਲ ਜੁਆਇੰਟ ਸੈਕਟਰੀ ਕੰਮ ਕੀਤਾ ਪ੍ਰਦੇਸ਼ ਕਾਂਗਰਸ 'ਚ, ਜੀ। ਜਿਸ ਦਿਨ ਆਦਮੀ ਘੱਟ ਹੋਣੇ ਉਹਨਾਂ ਨੂੰ ਮਿਲਣ ਵਾਸਤੇ, ਜਾਂ ਨਾ ਆਉਣੇ, ਜਾਂ ਕੋਈ ਗੱਲ ਹੋ ਜਾਣੀ, ਉਹ ਕਹਿੰਦੇ ਕੀ ਗੱਲ, ਕੋਈ ਗਲਤੀ ਹੋ ਗਈ ਆਪਣੇ ਤੋਂ, ਬੰਦਾ ਨਹੀਂ ਮਿਲਣ ਆਇਆ ਕੋਈ? ਕਿੱਡੀ ਵੱਡੀ ਗੱਲ। ਰੋਟੀ ਚਾਹ ਹਜਮ ਨਹੀਂ ਸੀ ਹੁੰਦੀ ਜਿੰਨਾ ਚਿਰ ਸਵੇਰੇ 500-700 ਬੰਦੇ ਨੂੰ ਮਿਲ ਨਹੀਂ ਲੈਂਦੇ ਸੀ ਜੀ। ਵਰਕਰ ਦੀ ਤਸੱਲੀ ਹੁੰਦੀ ਸੀ, ਯਾਰ ਮੇਰੀ ਚੀਫ ਮਿਨਿਸਟਰ ਨੇ ਗੱਲ ਸੁਣੀ ਹੈ, ਕੰਮ ਹੋਇਆ। 90 ਦੇ ਹੋ ਜਾਂਦੇ ਸੀ, 10 ਦੇ ਨਹੀਂ ਹੁੰਦੇ ਸੀ, 10 ਦੇ ਹੋ ਜਾਂਦੇ, 90 ਦੇ ਨਹੀਂ ਹੁੰਦੇ ਸੀ, ਲੇਕਿਨ ਉਹਦੇ ਜਿਹੜਾ ਵਰਕਰ ਆਇਆ ਉਹਦੀ ਤਸੱਲੀ ਹੁੰਦੀ ਸੀ ਕਿ ਮੇਰੀ ਚੀਫ ਮਿਨਿਸਟਰ ਨੇ ਸੁਣੀ। ਅੱਜ ਉਹ ਜੇ ਪਰਮਾਤਮਾ ਵਾਹਿਗੁਰੂ ਨੇ ਇਸੇ ਤਰ੍ਹਾਂ ਚਲਾਇਆ ਤੇ ਉਸ ਲਈ ਦੁਆਰਾ ਕਾਂਗਰਸ ਤੁਰ ਪਈ ਜੀ। ਤੇ ਸਰਦਾਰ ਬੇਅੰਤ ਸਿੰਘ ਹੋਣਾ ਦੀ ਕਹਿੰਦੇ ਕਈ ਪੁਲਿਸ ਅਧਿਕਾਰੀਆਂ ਨਾਲ, ਜਿੱਦਾਂ KPS ਗਿੱਲ ਨੇ, ਉਹਨਾਂ ਨਾਲ ਨਹੀਂ ਬਣਦੀ ਸੀ ਜੀ। ਦੇਖੋ ਇਸ ਗੱਲ ਦਾ ਮੈਂ ਤੁਹਾਨੂੰ ਇੱਕੋ ਗੱਲ 'ਚ ਜਵਾਬ ਦਊਂਗਾ ਵੀ ਇਹ ਜਿਹੜੇ ਪੁਲਿਸ ਅਧਿਕਾਰੀਆਂ ਨਾਲ ਨਹੀਂ ਬਣਦੀ ਸੀ, ਮੈਂ ਨਾਂ ਤਾਂ ਨਹੀਂ ਲੈਂਦਾ, ਉਹ ਸਰ ਬੇਅੰਤ ਸਿੰਘ ਆਉਣ ਤੋਂ ਪਹਿਲਾਂ ਹੀ ਪੁਲਿਸ ਦੇ ਹੈੱਡ ਸੀਗੇ ਗਵਰਨਰ ਰੂਲ ਵੇਲੇ। ਤੇ ਜਦੋਂ ਪਹਿਲਾਂ ਆਲ ਇਨ ਆਲ ਬੰਦਾ ਹੋਵੇ ਫਿਰ ਉਹਦੇ ਉੱਤੇ ਆ ਕੇ ਹੈੱਡ ਬਹਿ ਜੇ, ਬਰਦਾਸ਼ਤ ਤਾਂ ਨਹੀਂ ਨਾ ਹੁੰਦਾ ਜੀ। ਕਿੱਥੇ ਉਹ ਆਲ ਇਨ ਆਲ ਸੀਗੇ ਜੀ, ਤੇ ਜਦੋਂ ਫਿਰ ਚੀਫ ਮਿਨਿਸਟਰ ਦੀ ਲੋਕਾ ਟਾਕੀ ਹੋ ਜੇ ਫਿਰ ਥੋੜੇ ਬਹੁਤੇ ਡਿਫਰੈਂਸ ਤਾਂ ਹੁੰਦੇ। ਅਰਵਿੰਦਰ ਜੀ ਇੱਕ ਬੜਾ ਵੱਡਾ ਹੀ ਗੱਲ ਹੈਗੀ ਹੈ ਕਿ ਗਿਆਨੀ ਜੀ ਵੇਲੇ ਗੁਰੂ ਗੋਬਿੰਦ ਸਿੰਘ ਮਾਰਗ ਬਣਿਆ ਸੀ, ਆਨੰਦਪੁਰ ਸਾਹਿਬ ਤੋਂ ਲੈ ਕੇ ਵਾਇਆ ਮੁਕਤਸਰ, ਉਹ ਸਾਰਾ ਉਹਨਾਂ ਦਾ ਸੀ। ਉਹ ਕਿਵੇਂ ਬਣਿਆ, ਇਹ ਬੜੀ ਇੰਟਰਸਟਿੰਗ ਗੱਲਬਾਤ ਹੈ, ਇਹ ਵੀ ਸਾਨੂੰ ਪੁੱਛਣੀ ਚਾਹੀਦੀ ਹੈ। ਇਹ ਬੜੀ ਵੱਡੀ ਗੱਲ ਆ, ਪੰਜਾਬ ਦੀ ਬੜੀ ਵੱਡੀ ਗੱਲ ਸੀ। ਉਹਨੂੰ ਕਿਵੇਂ ਸਿਰੇ ਚਾੜਿਆ, ਉਹ ਇਹ ਸਾਰਾ ਇਹਨਾਂ ਨੂੰ ਲਖਵਿੰਦਰ ਜੀ ਨੂੰ ਪਤਾ, ਇਹਦੇ ਬਾਰੇ ਬਹੁਤਿਆਂ ਨੂੰ ਨਹੀਂ। ਤੇ ਪੰਜਾਬ ਸਾਡੇ ਦਰਸ਼ਕ ਇਸ ਗੱਲ ਨੂੰ ਜ਼ਰੂਰ ਦੇਖਣਗੇ ਕਿ ਉਹਨੂੰ ਚਾੜਿਆ ਕਿਵੇਂ ਸਿਰੇ। ਜੀ ਜੀ। ਢਿੱਲੋਂ ਸਾਹਿਬ ਬੜੀ ਲੰਬੀ ਸਟੋਰੀ ਹੈ, ਮੈਨੂੰ ਪਤਾ ਇਸ ਗੱਲ ਦਾ, ਕਿਉਂਕਿ ਇਹ ਮੈਂ ਗਿਆਨੀ ਜੈਲ ਸਿੰਘ ਨੇ ਆਪਣੇ ਮੂੰਹ ਤੋਂ ਮੈਨੂੰ ਸਟੋਰੀ ਸੁਣਾਈ ਸੀ ਕਿ ਮੇਰੀ ਸੋਚ ਕੀ ਸੀ ਪੰਥ ਬਾਰੇ, ਤੇ ਮੇਰੇ ਮਨ 'ਚ ਕੀ ਸੀਗਾ ਵੀ ਮੈਂ ਕਿੱਦਾਂ ਉਹਨਾਂ ਰਾਹਾਂ ਨੂੰ ਪੱਕਾ ਕਰਨਾ ਜਿੱਥੇ ਮੇਰੇ ਗੁਰੂ ਪੈਦਲ ਗਏ ਨੇ। ਕਿਆ ਬਾਤ ਹੈ ਜੀ। ਮੇਰੀ ਇਹ ਤਮੰਨਾ ਸੀ, ਕਿਉਂਕਿ ਬੜੀਆਂ ਅੜਚਨਾਂ 'ਚੋਂ ਚੀਫ ਮਿਨਿਸਟਰ ਬਣ ਗਏ। ਉਹ ਕਹਿੰਦੇ ਮੈਨੂੰ ਨਹੀਂ ਪਤਾ ਸੀ ਮੈਂ ਚੀਫ ਮਿਨਿਸਟਰ ਬਣਨਾ। ਜਲਾਵਤਨ ਸੀਗੇ, ਸ਼ਾਰਟ 'ਚ ਸੁਣਾਉਣ ਲੱਗਿਆ। ਇੱਕ ਗਿਆਨੀ ਲਾਲ ਸਿੰਘ ਜੀ ਹੋਏ ਨੇ, ਬੜੇ ਵਿਦਵਾਨ, ਪਟਿਆਲੇ ਦੇ, ਡਾਇਰੈਕਟਰ ਭਾਸ਼ਾ ਭਾਗ ਵੀ ਰਹੇ ਨੇ, ਡਾਇਰੈਕਟਰ ਭਾਸ਼ਾ ਭਾਗ ਵੀ ਰਹੇ ਨੇ। ਸਾਡੇ ਗੁਰਵਿੰਦਰ ਗਰੇਵਾਲ ਉਹਨਾਂ ਦੇ ਫਾਦਰ ਨੇ। ਇਹ ਦੋਨੇ ਜਲਾਵਤਨ ਸੀ। ਗਿਆਨੀ ਲਾਲ ਸਿੰਘ ਅਕਾਲੀ ਸੀ, ਇਹ ਕਾਂਗਰਸੀ ਸੀ। ਗਿਆਨੀ ਜੈਲ ਸਿੰਘ ਹੋਣੀ ਹੁਸ਼ਿਆਰਪੁਰ ਦੇ ਕੋਲੇ ਟਾਹਲੀ ਵਾਲਾ ਗੁਰਦੁਆਰਾ ਇੱਕ, ਉਹ ਕਹਿੰਦੇ ਅਸੀਂ ਉੱਥੇ ਰਹਿੰਦੇ ਸੀ, ਲੁਕ ਛਿਪ ਕੇ ਸਵੇਰੇ ਉੱਥੇ ਲੰਗਰ ਛਕਦੇ ਸੀ, ਉੱਥੇ ਪਾਠ ਪੂਜਾ ਕਰਦੇ ਸੀ। ਉਹ ਕਹਿੰਦੇ ਇੱਕ ਵਾਰੀ ਰਾਤ ਨੂੰ ਅਸੀਂ ਪੈ ਗਏ ਵੀ ਯਾਰ ਸਿੱਖੀ, ਗੁਰੂ ਗੋਬਿੰਦ ਸਿੰਘ ਨੇ ਇੰਨਾ ਕੁਛ ਕੀਤਾ ਹੈ, ਆਪਣਾ ਸਰਬੱਤ ਸਥਾਨ ਕੀਤਾ ਹੈ, ਜੇ ਕਿਤੇ ਰੱਬ ਨੇ ਮੌਕਾ ਦਿੱਤਾ ਨਾ, ਗਿਆਨੀ ਜੀ ਕਹਿੰਦੇ, ਤੇ ਮੈਂ ਇਹ ਕੰਮ ਕਰਨਾ ਜੀ, ਮੈਂ ਉਹ ਜਿਹੜੇ ਰਾਹਾਂ ਤੋਂ ਲੰਘੇ ਨੇ ਉਹ ਪੱਕਾ ਕਰਨਾ।
ਉਹਨਾਂ ਨੂੰ ਸਜਾਉਣਾ ਹੈ, ਉਹਨਾਂ ਦੀ ਯਾਦ ਬਣਾਉਣੀ ਹੈ। ਉਹ ਕਹਿੰਦੇ ਗੱਲ ਆਈ ਗਈ ਹੋ ਗਈ, ਮੌਕਾ ਮਿਲਿਆ ਤਾਂ ਕਹਿੰਦੇ ਮੈਂ ਚੀਫ ਮਿਨਿਸਟਰ ਬਣ ਗਿਆ ਜੀ। ਮੈਨੂੰ ਗੱਲ ਯਾਦ ਸੀ, ਕਹਿੰਦਾ ਮੈਂ ਗਿਆਨੀ ਲਾਲ ਸਿੰਘ ਨੂੰ ਬੁਲਾਇਆ। ਉਹ ਕਹਿੰਦੇ ਗਿਆਨੀ ਜੀ ਠੀਕ ਹੈ, ਆਪਣੀ ਯਾਰੀ ਦੋਸਤੀ ਹੈ, ਪਰ ਮੈਂ ਤੇਰੀ ਸਰਕਾਰ 'ਚ ਨਹੀਂ ਕੁਛ ਬਣਾ, ਮੈਂ ਅਕਾਲੀ ਹਾਂ। ਕਿਉਂਕਿ ਉਦੋਂ ਕਦਰਾਂ ਕੀਮਤਾਂ ਦੀ ਸਿਆਸਤ ਹੁੰਦੀ ਸੀਗੀ ਜੀ, ਲਾਲਚ ਨਹੀਂ ਹੁੰਦਾ ਸੀ ਤਾਂ ਕਿਸੇ ਨੂੰ। ਉਹ ਕਹਿੰਦੇ ਗਿਆਨੀ ਜੀ ਕਹਿੰਦੇ ਮੈਂ ਤੈਨੂੰ ਲਾਲਚ ਨਹੀਂ ਦੇ ਰਿਹਾ, ਮੈਂ ਤੈਨੂੰ ਇਹ ਕਹਿ ਰਿਹਾ ਵੀ ਜਿਹੜੀ ਆਪਾਂ ਤੈਨੂੰ ਯਾਦ ਆ ਆਪਾਂ ਗੱਲ ਕੀਤੀ ਸੀ। ਕਹਿੰਦੇ ਹਾਂ ਵੀਰੇ ਤੂੰ ਹੀ ਕਰ ਸਕਦਾ, ਤੈਨੂੰ ਉਹਨਾਂ ਬਾਰੇ ਸਾਰਾ ਕੁਝ ਸਿੱਖੀ ਦਾ ਸਭ ਤੋਂ ਵੱਧ ਤੈਨੂੰ ਪਤਾ ਹੈ ਜੀ। ਤੂੰ ਜਿਹੜੇ ਬੰਦੇ ਨਾਲ ਲਾਉਣੇ ਆਪਣੇ ਲਾ ਲੈ, ਤੇ ਮੈਂ ਤੈਨੂੰ ਭਾਸ਼ਾ ਵਿਭਾਗ ਦਾ ਤੈਨੂੰ ਬਣਾ ਦੇਣਾ ਡਾਇਰੈਕਟਰ, ਤੇਰੇ ਕੋਲ ਅਮਲਾ ਸ਼ਮਲਾ ਸਰਕਾਰੀ ਹੋ ਜਾਏਗਾ, ਟਾਈਪਰਾਈਟਰ ਆ ਜਾਏਗਾ, ਉਦੋਂ ਟਾਈਪਰਾਈਟਰ ਹੀ ਹੁੰਦੇ ਸੀਗੇ ਜੀ ਜੀ। ਤੇ ਨਕਸ਼ੇ ਨੁਕਸ਼ੇ ਜੋ ਤੇਰਾ ਅਮਲਾ ਸ਼ਮਲਾ ਤੇਰਾ ਕੰਮ ਹੈ, ਦਫ਼ਤਰ ਤੈਨੂੰ ਮਿਲ ਜੂਗਾ ਸਾਰਾ ਕੁਝ, ਤੇ ਜਿਹੜਾ ਆਪਣਾ ਕੰਮ ਹੈ ਆਪਾਂ ਚਾਹੁੰਦੇ ਹਾਂ ਗੁਰੂ ਦਾ ਕਰਨਾ, ਉਹ ਹੋ ਜੂਗਾ। ਉਹ ਇਸ ਗੱਲ ਤੇ ਐਗਰੀ ਕਰਕੇ ਗਿਆਨੀ ਲਾਲ ਸਿੰਘ ਨੇ ਜਦੋਂ ਕੰਮ ਸ਼ੁਰੂ ਹੋ ਗਿਆ ਤਾਂ ਉਹਦੀ ਗਿਆਨੀ ਜੀ ਦੇ ਓਪੋਨੈਂਟ ਉਸ ਦਿਨ ਦਰਬਾਰਾ ਸਿੰਘ ਸੀ। ਦਰਬਾਰਾ ਸਿੰਘ ਇੰਦਰਾ ਜੀ ਪ੍ਰਾਈਮ ਮਿਨਿਸਟਰ ਸੀ ਤੇ ਦਰਬਾਰਾ ਸਿੰਘ ਫੜਕ ਇੰਦਰਾ ਜੀ ਕੋਲ ਪਹੁੰਚ ਗਿਆ। ਜੀ ਗਿਆਨੀ ਜੀ ਮੈਂ ਤੁਹਾਨੂੰ ਕਿਹਾ ਸੀ, ਆਪਣਾ ਇੰਦਰਾ ਜੀ ਮੈਂ ਤੁਹਾਨੂੰ ਕਿਹਾ ਸੀ ਗਿਆਨੀ ਜੈਲ ਸਿੰਘ ਕੱਟੜ ਸਿੱਖ ਹੈ, ਕੱਟੜ, ਇਹ ਅਕਾਲੀਆਂ ਦੀ ਸੋਚ ਅਕਾਲੀਆਂ ਦੀ ਹੈ ਜੀ। ਇਹ ਅਕਾਲੀਆਂ ਦੇ ਕੰਮ ਕਰਦਾ, ਆਹ ਹੁਣ ਨਵਾਂ ਕੰਮ ਕਰਨ ਲੱਗ ਗਿਆ, ਗੁਰੂ ਗੋਬਿੰਦ ਸਿੰਘ ਮਾਰਗ ਦੀ ਗੱਲ ਕਰਨ ਲੱਗ ਗਿਆ। ਜੇ ਗੁਰੂ ਗੋਬਿੰਦ ਸਿੰਘ ਮਾਰਗ ਬਣ ਗਿਆ ਤਾਂ ਸਾਡੇ ਨਾਲੋਂ ਹਿੰਦੂ ਵੋਟ ਟੁੱਟ ਜੂ ਸਾਰੀ। ਜੀ ਕਾਂਗਰਸ ਪਾਰਟੀ ਦਾ ਬੇਸ ਹੈ ਹਿੰਦੂ ਵੋਟ। ਉਹ ਇੰਦਰਾ ਗਾਂਧੀ ਜਿਵੇਂ ਰਾਜੇ ਕੱਚੇ ਹੁੰਦੇ ਕੰਨਾਂ ਦੇ, ਤਾਂ ਉਹਨੇ ਇਮੀਡੀਏਟ ਕਾਲ ਕੀਤਾ ਗਿਆਨੀ ਜੈਲ ਸਿੰਘ ਨੂੰ ਐਜ਼ ਚੀਫ ਮਿਨਿਸਟਰ। ਜੀ। ਉਹ ਗਿਆਨੀ ਜੀ ਕਹਿਣ ਲੱਗੇ ਮੈਨੂੰ, ਕਹਿੰਦੇ ਵੀ ਮੈਂ ਉਹਨਾਂ ਨੂੰ ਸਮਝਾਉਣ ਦੀ ਗੱਲ ਕਰਾਂ, ਉਹ ਮੇਰੀ ਗੱਲ ਹੀ ਨਾ ਸੁਣ। ਇੰਦਰਾ ਜੀ जी। ज्ञानी जी क्या कर रहे हैं आप, ये खालिस्तान बनाना है यहाँ, ये क्या सिख कौम है, हमारी कांग्रेस पार्टी है, हम सेकुलर हैं। वो कहते मेरी गल ही ना सुने इंदिरा जी। कहते मैं बड़ा निमा चुना जा होके आ गया भी नहीं भी रुक जाओ। कहते पर मेरे मन च तड़फना भी मैं बना के हटूंगा है। कुदरती उदो 300 साला गुरु तेग बहादुर का आ गया शहीदी दिवस। श्रोमणी कमेटी के प्रधान सी गुरचरण सिंह टौड़ा। ਉਹ ਕਹਿੰਦੇ ਮੈਂ ਗਿਆਨੀ ਲਾਲ ਸਿੰਘ ਉਹਨਾਂ ਨੂੰ ਬੁਲਾਇਆ, ਦੂਜਿਆਂ ਨੂੰ ਸਾਰਿਆਂ ਨੂੰ ਬੁਲਾਇਆ ਵੀ ਇਹ ਦੇਖੋ ਜਿਹੜਾ ਤੁਸੀਂ ਨਕਸ਼ਾ ਬਣਾਇਆ ਇਹ ਵੀ ਜਿੱਥੇ ਜਿੱਥੇ ਇਹ ਪ੍ਰੈਜੈਂਟ ਸੜਕ ਕਿਹੜੀ ਕਿਹੜੀ ਬਣੀ ਤੇ ਕਿਹੜੀ ਕਿਹੜੀ ਨਹੀਂ ਬਣੀ ਹੋਈ। ਉਹ ਕਹਿੰਦੇ ਜਦੋਂ ਅਸੀਂ ਦੇਖਿਆ ਵੀ ਅੱਧੇ ਤੋਂ ਵੱਧ ਸੜਕਾਂ ਬਣੀਆਂ ਹੀ ਹੋਈਆਂ ਸੀਗੀਆਂ ਜੀ, ਉਹ ਆਪਸ 'ਚ ਲਿੰਕ ਕਰਨੀਆਂ ਸੀਗੀਆਂ। ਫਿਰ ਕਹਿੰਦੇ ਮੈਂ ਮੰਡੀਕਰਨ ਬੋਰਡ ਦਾ ਚੇਅਰਮੈਨ ਬੁਲਾਇਆ ਵੀ ਮੰਡੀਕਰਨ ਬੋਰਡ ਦੇ ਪਿੰਡਾਂ ਤੋਂ ਰੈਜੂਲੇਸ਼ਨ ਪਾਓ ਔਰ ਮੰਡੀਕਰਨ ਬੋਰਡ ਦੇ ਫੰਡ 'ਚੋਂ ਇਹ ਸੜਕਾਂ ਜੋੜ ਦਿਓ ਮੰਡੀ ਦੇ ਨਾਲ। ਉਹ ਕਹਿੰਦੇ ਅਸੀਂ ਆਰਾਮ ਨਾਲ ਜੋੜਨੇ, ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਕਦ ਕੀ ਹੋ ਗਿਆ। ਸੜਕਾਂ ਤਿਆਰ ਹੋ ਗਈਆਂ, ਜੁੜ ਗਈਆਂ, ਤੇ ਨਾਲ ਦੀ ਨਾਲ ਅਸੀਂ ਕਿਤੇ ਮੰਡੀਕਰਨ ਬੋਰਡ ਨੂੰ ਕਹਿਤਾ ਵੀ ਜਿਹੜੇ ਪਿੰਡ ਦੀ ਐਂਟਰੀ ਆ ਉੱਥੇ ਗੇਟ ਬਣਾ ਦਿਓ ਜੀ। ਕਹਿੰਦੇ ਜਦੋਂ ਸਭ ਕੁਝ ਤਿਆਰ ਹੋ ਗਿਆ ਫਿਰ ਮੈਂ ਸਾ ਗੁਰਚਰਨ ਸਿੰਘ ਟੌੜੇ ਨਾਲ ਗੱਲ ਕੀਤੀ ਵੀ ਜੇ ਤੁਸੀਂ ਕਰਨ ਲੱਗੇ ਹੋ। ਉਹ ਕਹਿੰਦਾ ਗਿਆਨੀ ਜੀ ਵੀ ਤੁਸੀਂ ਚੀਫ ਮਿਨਿਸਟਰ ਹੋ, ਵੀ ਤੁਸੀਂ ਅਗਵਾਈ ਕਰੋ ਜੀ ਜਲੂਸ ਦੀ 300 ਸਾਲਾਂ ਦੀ। ਉਹ ਕਹਿੰਦੇ ਕਿ ਮੈਂ ਕਿਹਾ ਵੀ ਇੰਦਰਾ ਜੀ ਕੋਲੇ ਮੈਨੂੰ ਪਰਮਿਸ਼ਨ, ਸ਼ਾਇਦ 1975 ਦੀ ਗੱਲ ਹੈ। ਹਾਂ ਕਹਿੰਦੇ ਅਸੀਂ ਮੈਂ ਗੁਰਚਰਨ ਸਿੰਘ ਟੌੜੇ ਨੂੰ ਨਾਲ ਲਿਆ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਆਏ ਆ ਜੀ ਤੇ ਕੋਈ ਗੱਲ ਕਰਨੀ ਚਾਹੁੰਦੇ। ਉਹਨਾਂ ਨੂੰ ਗੱਲ ਸਮਝਾਈ ਵੀ ਇੱਦਾਂ 300 ਸਾਲਾ ਸ਼ਹੀਦੀ ਦਿਵਸ ਆ ਗਿਆ ਔਰ ਉਹਨਾਂ ਨੇ ਹਿੰਦ ਦੀ ਚਾਦਰ ਉਹਨਾਂ ਨੇ ਸਾਰੇ ਹਿੰਦੁਸਤਾਨ ਵਾਸਤੇ ਕੁਰਬਾਨੀ ਦਿੱਤੀ ਹੈ, ਕਿਸੇ ਕੌਮ ਵਾਸਤੇ ਜਾਂ ਇੱਕ ਬੰਦੇ ਵਾਸਤੇ ਨਹੀਂ ਦਿੱਤੀ। ਔਰ ਹਿੰਦ ਦੀ ਚਾਦਰ ਕਹਿਲਾਏ ਨੇ ਔਰ ਦਿੱਲੀ 'ਚ ਉਹਨਾਂ ਸੀਸ ਦਿੱਤਾ। ਇਹ ਤੋਂ ਵਧੀਆ ਮੌਕਾ ਕੋਈ ਨਹੀਂ ਵੀ ਇਸ ਕੌਮ 'ਤੇ ਮਤਲਬ ਤੁਸੀਂ। ਉਹ ਕਹਿੰਦੇ ਗਿਆਨੀ ਜੀ ਠੀਕ ਹੈ ਜੀ। ਉਹ ਕਹਿੰਦੇ ਇੱਕ ਗੱਲ ਹੋਰ ਹੈ। ਕਹਿੰਦੇ ਕੀ? ਉਹ ਜਿਹੜਾ ਗੁਰੂ ਗੋਬਿੰਦ ਸਿੰਘ ਮਾਰਗ ਸੀ ਉਹ ਤਾਂ ਤਿਆਰ ਹੈ, ਕਹਿੰਦੇ ਸਾਨੂੰ ਤਾਂ ਪਤਾ ही नहीं ਸੀ, कहते ਤਿਆਰ है तो फिर हम क्या करना चाहते हैं। और कहते उसी रास्ते पे चलना है, हाँ जी, तो आप उसकी अगुवाई करो। कहते ठीक है। ਤਾਂ ਉਹ ਗਿਆਨੀ ਜੀ ਕਹਿੰਦੇ ਵੀ ਜੀਪ ਦੇ ਵਿੱਚ ਮੈਂ ਉਹ ਬਾਅਦ ਫੋਟੋਆਂ ਵੀ ਦੇਖੀਆਂ, ਮੈਂ ਉਦੋਂ ਪ੍ਰੈਜ਼ੈਂਟ ਨਹੀਂ ਸੀ ਉੱਥੇ ਜੀ। ਗੁਰਚਰਨ ਸਿੰਘ ਟੌੜਾ ਔਰ ਗਿਆਨੀ ਜੈਲ ਸਿੰਘ ਚੀਫ ਮਿਨਿਸਟਰ ਇੱਕੋ ਜੀਪ 'ਚ ਖੜੇ ਨੇ ਜੀ ਔਰ ਪੂਰੇ ਪੰਜਾਬ 'ਚ ਕਹਿੰਦੇ ਫਿਰ ਦਿੱਲੀ ਗਏ ਨੇ। ਔਰ ਉਸ ਦਿਨ ਜਦੋਂ ਦਿੱਲੀ ਪਹੁੰਚੇ ਨੇ ਸੀਸ ਗੰਜ ਗੁਰਦੁਆਰੇ, ਇੰਦਰਾ ਗਾਂਧੀ ਨੇ ਫਾਂਸੀ ਦਾ ਹੁਕਮ ਜਿਹੜਾ ਸੀਗਾ ਉਹ ਫਾਂਸੀ ਜਿਹੜੀ ਸੀ ਟੋਟਲ ਬੈਨ ਕਰਤੀ ਸੀ ਹਿੰਦੁਸਤਾਨ 'ਚ। ਕੀ ਬਾਤ, ਬਹੁਤ ਵੱਡੀ ਹੁਣ ਕਿਸੇ ਨੂੰ ਫਾਂਸੀ ਨਹੀਂ ਹੋਏਗੀ ਜੀ ਉਸ ਦਿਨ ਤੇ। ਉਸ ਦਿਨ ਜੀ ਜੀ ਜੀ, ਬਹੁਤ ਬਹੁਤ ਬੜੀ ਹਿਸਟੋਰੀਕਲ ਗੱਲ ਹੈ ਬਿਲਕੁਲ। ਔਰ ਉਹ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਾਰਗ ਗਿਆਨੀ ਜੈਲ ਸਿੰਘ ਨੇ ਅੜਚਨਾ ਦੇ ਬਾਵਜੂਦ ਵੀ ਜਿਹੜੀ ਸੀ ਉਹ ਸੰਪੂਰਨ ਕਰ ਲਈ ਕਿਉਂਕਿ ਉਹ ਬੜੇ। ਅੱਛਾ ਇੱਕ ਦੱਸਿਓ ਜੀ, ਹੁਣ ਧਰਮ ਤੇ ਰਾਜਨੀਤੀ ਪੰਜਾਬ 'ਚ ਕਹਿੰਦੇ ਜੀ ਧਰਮ ਤੇ ਰਾਜਨੀਤੀ ਦਾ ਸੁਮੇਲ ਹੋਊਗਾ ਤਾਂ ਹੀ ਕੋਈ ਪਾਰਟੀ ਉੱਭਰ ਕੇ ਆਉਂਦੀ ਹੈ ਅੱਗੇ।
ਧਰਮ ਅੱਜ ਬਹੁਤ ਜ਼ਿਆਦਾ ਭਾਰੂ ਹੋਇਆ ਜੀ ਰਾਜਨੀਤੀ ਤੇ ਪੰਜਾਬ ਦੀ। ਕਾਸਟਿਜ਼ਮ, ਰਿਲੀਜਨ, ਇਹ ਸ਼ੁਰੂ ਤੋਂ ਹੀ ਇਦਾਂ ਰਿਹਾ ਪੰਜਾਬ ਦੇ ਵਿੱਚ ਜੀ? ਥੋੜਾ ਜਿਹਾ ਗੱਲ 'ਚ ਫਰਕ ਹੈ। ਧਰਮ ਨਹੀਂ ਆਪਾਂ ਕਹਿ ਸਕਦੇ ਇਹਨੂੰ। ਧਰਮ ਤਾਂ ਕਦੀ ਕਿਸੇ ਦਾ ਪੱਖਪਾਤ ਕਰਦਾ ਹੀ ਨਹੀਂ ਜੀ। ਧਰਮ ਤਾਂ ਸਭ ਵਾਸਤੇ ਸਾਂਝਾ ਹੈ ਜੀ। ਚਾਹੇ ਕੋਈ ਧਰਮ ਹੈ ਉਹ ਸਭ ਦਾ ਸਾਂਝਾ ਹੈ। ਔਰ ਪੱਖਪਾਤ ਬਿਲਕੁਲ ਕੋਈ ਧਰਮ ਵੀ ਨਹੀਂ ਕਰਦਾ, ਨਾ ਹਿੰਦੂ ਧਰਮ ਕਰਦਾ, ਨਾ ਸਿੱਖ ਧਰਮ ਕਰਦਾ, ਨਾ ਜੈਨ। ਪਰ ਰਾਜਨੀਤਿਕ ਲੋਕ ਕਰਨ ਲੱਗ ਗਏ ਜੀ। ਰਾਜਨੀਤਿਕ ਜਿਹੜਾ ਹੈ ਨਾ, ਰਾਜਨੀਤੀ ਦੇ ਜਿਹੜੇ ਲੋਕ ਹੈ ਉਹਨਾਂ ਨੇ ਆਪਣੇ ਹਿਸਾਬ ਨਾਲ ਚਲਾ ਲਿਆ ਇਹਨੂੰ, ਕਾਸਟਿਜ਼ਮ ਤੇ ਬਣਤਾ। ਹੁਣ ਧਰਮ ਤੇ ਸਿੱਖੀ ਦੇ ਵਿੱਚ ਤਾਂ ਗੁਰੂ ਗੋਬਿੰਦ ਸਿੰਘ ਨੇ ਇੱਕੋ ਬਾਟੇ ਜਬਰ ਛਕਾ ਕੇ ਤੇ ਜਾਤ ਪਾਤ ਖਤਮ ਕੀਤੀ ਸੀ ਜੀ। ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਇਹ ਲੜਾਈ ਦੀ ਜੜ, ਇਹ ਰੁਕਾਵਟ ਜਿਹੜੀ ਕੌਮ ਦੀ ਪ੍ਰਗਤੀ ਹੈ ਜਾਂ ਕੌਮ ਅੱਗੇ ਨਹੀਂ ਵਧ ਰਹੀ, ਇਹ ਇੱਕ ਜੜ ਹੈ ਜਿਹੜੀ ਕਾਸਟਿਜ਼ਮ ਹੈ। ਇਹਨੂੰ ਖਤਮ ਕਰੋ, ਸਾਰੇ ਇਕਮੁੱਠ ਹੋ ਜਾਣ ਤੇ ਸਾਨੂੰ ਕੋਈ ਹਰਾ ਨਹੀਂ ਸਕਦਾ ਜੀ। ਇਸੇ ਤਰ੍ਹਾਂ ਹੀ ਪਾਰਟੀਆਂ ਨੇ ਕੀਤਾ ਵੀ ਇੱਥੇ ਜੈਨੀ ਜ਼ਿਆਦਾ ਨੇ ਜੀ, ਇੱਥੇ ਗੁੱਜਰ ਜ਼ਿਆਦਾ, ਇੱਥੇ ਰਾਮਗੜੀ ਜ਼ਿਆਦਾ, ਇੱਥੇ ਹਰੀਜਨ ਜ਼ਿਆਦਾ ਹੈ, ਪਿਆਸ ਬਰਾਦਰੀ ਦੀ ਵੋਟ ਇੰਨੀ ਹੈ, ਫਲਾਣੇ ਬੰਦੇ ਨੂੰ ਦੇ ਦਿਓ, ਫਲਾਣੇ ਦੇ ਦਿਓ। ਉਹ ਕਾਸਟਿਜ਼ਮ ਜਿਹੜਾ ਵੋਟ ਜਿਹੜਾ ਨਾ, ਵੋਟਾਂ ਦੇ ਸਿਸਟਮ ਨੇ ਵੀ ਗੜਬੜ ਕੀਤੀ ਹੈ। ਔਰ ਧਰਮ ਤਾਂ ਕਿਤੇ ਇਜਾਜ਼ਤ ਨਹੀਂ ਹੁੰਦਾ। ਧਰਮ ਤਾਂ ਹਮੇਸ਼ਾ ਜਿਹੜਾ ਨਾ, ਧਰਮ ਦੀ ਰਾਖੀ ਪੋਲਿਟਿਕਸ ਨੇ ਕੀਤੀ ਹੈ ਜੀ। ਪੋਲੀਟੀਕਲ ਬੰਦੇ ਦਾ, ਪੋਲੀਟੀਕਲ ਦੇ ਵੀ ਧਰਮ ਨੂੰ ਕੋਈ ਆਂਚ ਨਾ ਆਵੇ। ਧਰਮ ਨੂੰ ਵਰਤਿਆ ਜਿਹੜਾ ਉਹ ਵੀ ਪੋਲੀਟੀਕਲ ਬੰਦਿਆਂ ਨੇ ਜਿਨ੍ਹਾਂ ਨੇ ਵਰਤਿਆ ਨਜਾਇਜ਼ ਜੀ। ਹਾਲਾਂਕਿ ਧਰਮ ਇਜਾਜ਼ਤ ਨਹੀਂ ਦਿੰਦਾ ਜੀ। ਧਰਮ ਤਾਂ ਜਿਹੜਾ ਹੈ ਉਹ ਸਾਂਝਾ, ਸਭ ਦਾ ਸਰਬ ਸਾਂਝਾ ਹੈ। ਧਰਮ ਤੇ ਰਾਜਨੀਤੀ ਜਦੋਂ ਇਕੱਠੇ ਕੀਤੇ, ਜੇ ਆਪਾਂ ਐਗਜ਼ਾਮਪਲ ਲੈਂਦੇ ਹਾਂ ਗੁਰੂ ਹਰਗੋਬਿੰਦ ਸਿੰਘ ਜੀ ਦੀ, ਮੀਰੀ ਦੇ ਪੀਰ ਦੀ, ਉਹ ਵੀ ਉਦੋਂ ਉਹਨਾਂ ਨੇ ਤਲਵਾਰ ਚੱਕੀ ਹੈ, ਉਦੋਂ ਉਹਨਾਂ ਤਖਤ ਬਣਾਇਆ ਜਦੋਂ ਅੱਤ ਹੋ ਗਈ, ਜਦੋਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ ਹੈ। ਬਿਲਕੁਲ ਜੀ। ਫਿਰ ਉਹਨਾਂ ਨੇ ਕਿਹਾ ਵੀ ਹੁਣ ਨਹੀਂ ਸਰਦਾ, ਵੀ ਇਕੱਲੀ ਮਾਲਾ ਨਾਲ ਗੱਲ ਨਹੀਂ ਚੱਲਦੀ, ਨਾਲ ਸੰਤ ਸਿਪਾਹੀ ਬਣਨਾ ਪਏਗਾ ਜੀ। ਇਹ ਗੁਰੂ ਹਰਗੋਬਿੰਦ ਸਿੰਘ ਜੀ ਦੇ ਟਾਈਮ ਸ਼ੁਰੂ ਹੈ। ਲੇਕਿਨ ਉਹਨਾਂ ਨੇ ਉਦੋਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ ਸੀ। ਧਰਮ ਨੂੰ ਯੂਜ਼ ਕੀਤਾ ਜ਼ੁਲਮ ਦੇ ਖਿਲਾਫ। ਅੱਜ ਜ਼ੁਲਮ ਦੇ ਖਿਲਾਫ ਨਹੀਂ, ਅੱਜ ਵੋਟਾਂ ਦੇ ਖਿਲਾਫ ਹੋ ਰਿਹਾ ਜੀ। ਸੋ ਉਹ ਇਹ ਜਿਹੜੀ ਰਾਜਨੀਤੀ ਧਰਮ ਦੇ ਨਾਂ ਤੇ ਚੱਲਦੀ ਹੈ ਜੀ, ਕੀ ਉਦੋਂ ਵੀ ਇਹੀ ਸੀ ਕਾਂਗਰਸ ਵੇਲੇ 70 75 80 ਦੇ ਵਿੱਚ ਕਿ ਅਸੀਂ ਗੁਰਦੁਆਰੇ ਖਾਲੀ ਕਰਾਈਏ, ਗੁਰਦੁਆਰਿਆਂ ਦੀ ਭੇਟਾਂ ਆਉਂਦੀ ਹੈ ਜੀ, ਗੋਲਕਾਂ ਆਉਂਦੀਆਂ ਨੇ, ਉਹ ਰਾਜਨੀਤੀ 'ਚ ਵਰਤੀਆਂ ਜਾਂਦੀਆਂ ਨੇ? ਲੰਮਾ ਸਮਾਂ ਤੁਸੀਂ ਰਹੇ ਹੋ। ਉਦੋਂ ਚਰਚਾ ਤਾਂ ਸੀ ਜੀ ਵੀ ਜੀ ਫਲਾਣਾ ਦਲ ਜਿਹੜਾ ਹੈ ਉਹ ਗੁਰੂ ਦੀਆਂ ਗੋਲਕਾਂ ਵਰਤਦਾ ਜੀ, ਉਹ ਗੁਰੂ ਘਰ ਨੂੰ ਵਰਤਦਾ, ਉੱਥੇ ਜਲਸੇ ਜਲੂਸਾਂ ਕਰਦੇ ਆ, ਫਲਾਣਾ ਕਰਦੇ ਆ, ਮਾਈਕ ਵਰਤਦੇ ਆ, ਦਰੀਆਂ ਵਰਤਦੇ ਆ, ਲੰਗਰ ਵਰਤਦੇ ਆ। ਚਰਚਾ ਤਾਂ ਸੀਗੀ ਇਸ ਗੱਲ ਦੀ, ਲੇਕਿਨ ਉਦੋਂ ਇਹਨਾਂ ਗੱਲਾਂ ਵਿੱਚ ਬਹੁਤਾ ਲੋਕ ਨਹੀਂ ਪੈਂਦੇ ਸੀ ਵੀ ਚੱਲ ਠੀਕ ਹੈ ਵੀ ਚੱਲਦਾ ਚੱਲੀ ਜਾਂਦੇ ਹੋ। ਉਦੋਂ ਇਹ ਹੁੰਦਾ ਸੀ ਵੀ ਸਿਸਟਮ ਜਿਹੜਾ ਹੈ, ਕਿਉਂਕਿ ਨਵਾਂ ਦੇਸ਼ ਆਜ਼ਾਦ ਹੋਇਆ ਸੀ ਜੀ, ਇੱਕੋ ਇੱਕ ਕਾਂਗਰਸ ਪਾਰਟੀ ਸੀ ਜਿਹੜੀ ਨੈਸ਼ਨਲ ਲੈਵਲ ਦੀ ਪਾਰਟੀ ਸੀਗੀ। ਬਾਕੀ ਪਾਰਟੀਆਂ ਖੇਤਰੀ ਪਾਰਟੀਆਂ ਸੀਗੀਆਂ, ਲੇਕਿਨ ਖੇਤਰੀ ਪਾਰਟੀਆਂ ਵੀ ਜਿਹੜੀਆਂ ਸੀ ਸੈਂਟਰ ਨਾਲ ਮਿਲ ਕੇ ਚੱਲਦੀਆਂ ਸੀਗੀਆਂ। ਜਿਹੜੀਆਂ ਗ੍ਰਾਂਟ ਇਹ ਉਦੋਂ ਐ ਨਹੀਂ ਸੀ ਵੀ ਅਕਾਲੀ ਦਲ ਦਾ MLA ਜਾਂ ਕਾਂਗਰਸ ਦਾ MLA ਇਹਨੂੰ ਗ੍ਰਾਂਟ ਦੇ ਦਿਓ, ਇਹਨੂੰ ਨਾ ਦਿਓ। ਉਦੋਂ ਜੇ ਕੋਈ ਗ੍ਰਾਂਟ ਆਈ ਆ ਤਾਂ ਬਰਾਬਰ ਹਲਕਿਆਂ 'ਚ ਜਾਣੀ ਜੀ, ਵੀ MLA ਤਾਂ MLA ਹੈ। ਹੁਣ ਤਾਂ ਗਲੀਆਂ ਤੱਕ ਵੰਡਤੀਆਂ ਪਿੰਡਾਂ ਦੀਆਂ, ਭਾਈ ਵੀ ਆ ਕਾਂਗਰਸੀ ਹੈ ਤਾਂ ਘਰ ਨੂੰ ਸੜਕ ਨਹੀਂ ਪਾਉਣੀ ਹੈ। ਇਸੇ ਕਰਕੇ ਥੋੜਾ ਨੁਕਸਾਨ ਹੋਇਆ ਸਮਾਜ ਦਾ ਨੁਕਸਾਨ ਹੋਇਆ ਜੀ। ਇਹ ਗੱਲ ਜਦੋਂ ਵਿਚਰ ਗਈ ਨਾ ਤੇ ਉਹਦਾ ਨੁਕਸਾਨ ਹੋਇਆ ਬਹੁਤ। ਇੱਕ ਤਾਂ ਥੋੜਾ ਜਿਹਾ ਤਾਜ਼ਾ ਜਿਹੜੀ ਅੱਜ ਬਦਲਾਅ ਹੋਣ ਲੱਗਿਆ ਉਹਦੇ ਤੇ ਦੱਸੋ। ਇੱਕ 2022 ਨੂੰ ਕਿਸ ਤਰੀਕੇ ਨਾਲ ਦੇਖਦੇ ਹੋਗੇ, ਕਿਹੜੀ ਪਾਰਟੀ ਦਾ ਕਿੰਨੇ ਕੁ ਪਾਣੀ ਚ ਕਿਉਂ ਰਵਿੰਦਰ ਜੀ? ਜੀ ਬਿਲਕੁਲ। ਦੇਖੋ, ਮੈਂ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਗੱਲ ਕਰਨ ਲੱਗਿਆ ਜੀ, ਨਾਟ ਬੀਇੰਗ ਏ ਕਾਂਗਰਸੀ। ਵੀ ਪ੍ਰਮਾਤਮਾ ਸੁੱਖ ਰੱਖੇ, ਪ੍ਰਮਾਤਮਾ ਬਲ ਬਖਸ਼ੇ ਸਾਡੇ ਚੀਫ ਮਿਨਿਸਟਰ ਨਵੇਂ ਨੂੰ, ਚੰਨੀ ਜੀ ਨੂੰ, ਵੀ ਉਹ ਜਿਹੜੀ ਲੀਹ ਉਹਨਾਂ ਨੇ ਫੜੀ ਹੈ ਬਹੁਤ ਵਧੀਆ। ਉਹ ਅੱਜ ਲੋਕ ਕਈ ਉਹਨਾਂ 'ਤੇ ਇਲਜ਼ਾਮ ਵੀ ਲਾਉਣਗੇ ਜੀ ਤਾਂ ਬੜਾ ਅਮੀਰ ਹੈ, ਫਲਾਨਾ ਹੈ, ਇਹ ਹੈ, ਉਹ ਇੰਨੀ ਜਾਇਦਾਦ ਹੈ, ਫਲਾਨਾ। ਉਹ ਜਿਹੜੀ ਉਹਦੀ ਜੜ ਹੈ ਉਹ ਗਰੀਬੀ ਦੀ ਹੈ। ਜਿਹੜਾ ਉਹ ਵਿਚਰਿਆ ਗਰੀਬੀ 'ਚ, ਉਹਨੂੰ ਪਤਾ ਵੀ ਗਰੀਬ ਦੀ ਰੋਟੀ ਕਿਵੇਂ ਮੂੰਹ 'ਚ ਪੈਂਦੀ ਹੈ ਜੀ। ਉਹਨੂੰ ਹੁਣ ਮੈਂ ਆਪਣੀ ਗੱਲ ਕਰਦਾ, ਮੈਨੂੰ ਪਤਾ ਹੈ। ਹੁਣ ਅੱਜ ਦੇ ਕਿਸੇ ਬੱਚੇ ਨੂੰ ਇਹ ਨਹੀਂ ਪਤਾ ਫਲਾ ਕੀ ਹੁੰਦਾ। ਅਸੀਂ ਫਲੇ ਵਾਏ ਹੈ ਜੀ। ਅਸੀਂ ਪਸ਼ੂਆਂ ਦਾ ਜਦੋਂ ਫਲੇ ਚੱਲਦੇ ਸੀਗੇ ਉਹ ਗੋਬਰ ਕਰਦੇ ਸੀ, ਥੱਲੇ ਹੱਥ ਰੱਖ ਲੈਂਦੇ ਸੀ, ਔਰ ਕੜਕਦੀ ਧੁੱਪ ਹੁੰਦੀ ਸੀ ਜਦੋਂ ਫਲੇ ਚੱਲਦੇ ਸੀ, ਔਰ ਬਾਰਿਸ਼ ਹੋ ਜਾਣੀ, ਫਿਰ ਕਣਕ ਨੂੰ ਸੁਕਾਉਣਾ ਬੜੀ ਮੁਸ਼ਕਿਲ, ਔਰ 2-2 ਮਹੀਨੇ ਕਣਕ ਦੀ ਖਾਈ ਚੱਲਦੀ ਸੀ, ਜਿਹੜੀ ਅੱਜ ਕੱਲ੍ਹ 2 ਦਿਨ 'ਚ ਖਤਮ ਹੋ ਜਾਂਦੀ ਹੈ ਜੀ। ਅਸੀਂ ਉਹ ਵਕਤ ਦੇਖਿਆ। ਇਹ ਜਿਹੜਾ ਵਕਤ ਹੈ, ਜਿਹੜੇ ਬੰਦੇ ਨੇ ਆਪ ਹੰਢਾਇਆ, ਇਹ ਸਾਡੇ ਚੀਫ ਮਿਨਿਸਟਰ ਉਸ ਗੱਲ ਤੋਂ ਲੰਘਿਆ। ਇਹਨੇ ਗਰੀਬੀ ਦੇਖੀ ਹੈ, ਗਰੀਬੀ ਹੰਢਾਈ ਹੈ, ਇਹਨੂੰ ਗਰੀਬ ਦਾ ਦਰਦ ਪਤਾ ਹੈ। ਔਰ ਉਸ ਲਈ ਤੇ ਮੈਂ ਇਹ ਨਹੀਂ ਗੱਲਾਂ ਕਹਿ ਰਿਹਾ, ਇਹ ਹੁਣ ਪ੍ਰੈਕਟੀਕਲ ਹੋ ਰਿਹਾ ਸਾਡੇ ਸਾਹਮਣੇ। ਅੱਜ ਹੀ ਦੇਖ ਲਓ। ਤੁਹਾਨੂੰ ਲੱਗਦਾ ਵੀ ਲਾਲ ਫੀਤਾ ਸ਼ਾਹੀ ਤੇ ਜਿਵੇਂ ਪਹਿਲਾਂ ਬੇਲਗਾਮ ਹੋਇਆ ਸੀ ਤੇ ਕਾਬੂ ਪਾ ਲੈਣਗੇ? ਔਖਾ ਬੜਾ ਕੰਮ ਇਹ,
ਲਾਲ ਫੀਤਾਸ਼ਾਹੀ ਤੇ ਕਾਬੂ ਪਾਣਾ ਬਹੁਤ ਔਖਾ ਹੈ। ਪਰ ਮੈਨੂੰ ਪਤਾ ਹੈ ਵੀ ਜਿਹੜਾ ਬੰਦਾ ਇਮਾਨਦਾਰ ਹੋਵੇ ਉਹ ਲੜ ਸਕਦਾ ਇਹਦੇ ਵਾਸਤੇ ਜੀ, ਉਹ ਲਗਾਮ ਪਾ ਸਕਦਾ ਕਿਉਂਕਿ ਉਹਨੂੰ ਲਾਲਚ ਕੋਈ ਨਹੀਂ ਜੀ, ਉਹਨੂੰ ਤੁਸੀਂ ਕਾਣਾ ਨਹੀਂ ਕਰ ਸਕਦੇ। ਔਰ ਉਸ ਕੈਟਾਗਰੀ ਦਾ ਸਾਡੇ ਚੀਫ ਮਿਨਿਸਟਰ ਹੈਗੇ। ਇੱਕ ਅਖੀਰਲਾ ਸਵਾਲ ਅਸੀਂ ਜਾਂਦੇ ਜਾਂਦੇ ਕਰ ਲਈਏ। ਅੱਤਵਾਦ ਵੇਲੇ ਦਾ ਵੀ ਦੌਰ ਤੁਸੀਂ ਦੇਖਿਆ ਹੋਊਗਾ, ਤੁਸੀਂ ਸਰਦਾਰ ਬੈਂਸ ਸਿੰਘ ਹੁਣਾਂ ਨਾਲ ਵੀ ਕੰਮ ਕੀਤਾ ਆ, ਉਹ ਦੌਰ ਕਿਹੋ ਜਿਹਾ ਸੀਗਾ ਔਰ ਕਿਸ ਤਰੀਕੇ ਨਾਲ ਉਹਨੂੰ ਖਤਮ ਕੀਤਾ ਗਿਆ ਆ, ਜਾਂ ਸਾਡੀ ਅੱਜ ਦੀ ਪੀੜ੍ਹੀ ਨੂੰ ਕੀ ਸਿੱਖਿਆ ਲੈਣੀ ਚਾਹੀਦੀ ਹੈ ਜੀ? ਕਿਉਂਕਿ ਸਾਨੂੰ ਐਂ ਲੱਗਦਾ ਹੈ ਕਿ ਚਾਂਦੀ ਜਾਂ ਸੋਨੇ ਦੀ ਥਾਲੀ 'ਚ ਸਾਨੂੰ ਪੰਜਾਬ ਮਿਲ ਗਿਆ ਤੇ ਅੱਜ ਅਸੀਂ ਗਾਂਹ ਨਹੀਂ ਵਧ ਰਹੇ, ਅਸੀਂ ਨਸ਼ਿਆਂ ਵੱਲ ਡੁੱਬਦੇ ਜਾ ਰਹੇ ਹਾਂ। ਜਦੋਂ ਪੰਜਾਬ ਸੋਨੇ ਚਾਂਦੀ ਤੇ ਨਹੀਂ ਆਪਾਂ ਨੂੰ ਮਿਲਿਆ, ਸੋਨਾ ਚਾਂਦੀ ਸੀਗਾ ਲੇਕਿਨ ਸਾਡਾ ਬਰਬਾਦ ਹੋ ਗਿਆ। ਹਾਂਜੀ, ਗੱਲ ਜਿਹੜੀ ਹਾਲਾਤ ਖਰਾਬ ਸੀ ਜਦੋਂ 84 ਦਾ ਦੌਰ ਦੀ ਗੱਲ ਹੈ, ਟੈਰਰਿਜ਼ਮ ਦੇ ਟਾਈਮ ਤੁਸੀਂ ਗੱਲ ਕੀਤੀ ਹੈ, ਉਦੋਂ ਵੀ ਮੇਨ ਕਾਜ਼ ਅਨਐਮਪਲੋਇਮੈਂਟ ਸੀਗੀ। ਜੀ, ਮੈਂ ਆਪਣੇ ਪਿੰਡ ਦੀ ਐਗਜ਼ਾਮਪਲ ਤੁਹਾਨੂੰ ਦਿੰਦਾ ਔਰ ਇਹ ਔਨ ਰਿਕਾਰਡ ਹੈ। ਮੇਰਾ ਪਿੰਡ ਇੱਥੇ ਨਾਲ ਸਨੌਰ ਹੈ ਜੀ, ਮੈਂ ਉੱਥੇ ਜੰਮਿਆ ਪਲਿਆ। ਸਾਡੇ ਪਿੰਡ 'ਚ ਇੱਕ ਵੀ ਵਾਰਦਾਤ ਨਹੀਂ ਹੋਈ, ਨਾ ਖੋਹ ਦੀ, ਨਾ ਮਰਡਰ ਦੀ, ਨਾ ਕਿਸੇ ਦੀ ਕੋਈ ਇੱਕ ਵੀ ਕਤਲ ਨਹੀਂ ਹੋਇਆ। ਕਿ ਐਡਾ ਵੱਡਾ ਮਿਊਨਿਸਪਲ ਕਮੇਟੀ ਹੈ, ਐਡਾ ਵੱਡਾ ਪਿੰਡ ਹੈ। ਕਿਉਂ? ਕਿਉਂਕਿ ਸਾਡਾ ਸਬਜ਼ੀ ਦਾ ਘਰ ਹੈ। ਸਾਡੇ ਇੱਕ ਬੱਚਾ ਵੀ ਸਬਜ਼ੀ ਦੇ ਤੋੜਨ ਦਾ ਕੰਮ ਕਰਦਾ ਹੈ, ਲੇਡੀ ਵੀ ਸਬਜ਼ੀ ਤੋੜਨ ਦਾ ਕੰਮ, ਵਿਹਲਾ ਕੋਈ ਨਹੀਂ। ਸਾਡੇ 15-16 ਬੈਂਕ ਨੇ, ਰੋਜ਼ ਬੈਂਕਾਂ 'ਚ ਰੁਪਈਆ ਆਉਂਦਾ ਨਿਕਲਦਾ ਨਹੀਂ, ਕਿਉਂਕਿ ਹਰ ਬੰਦਾ ਬਿਜ਼ੀ ਹੈ ਕੰਮ ਕਰਨ ਨੂੰ। ਜੀ, ਮਾੜੀ ਲਾਈਨ 'ਚ ਟੈਰਰਿਜ਼ਮ 'ਚ ਉਹ ਬੱਚੇ ਉਦੋਂ ਪਏ ਜਿਹੜੇ ਅਨਪਲਾਈਡ ਸੀਗੇ, ਜਿਨ੍ਹਾਂ ਕੋਲ ਕਾਰੋਬਾਰ ਨਹੀਂ ਸੀ, ਜਿਨ੍ਹਾਂ ਨੂੰ ਨੌਕਰੀਆਂ ਨਹੀਂ ਸੀ ਮਿਲੀਆਂ। ਉਹ ਵੀ ਸਾਡਾ ਪੋਲੀਟੀਸ਼ੀਅਨ ਕਹਿ ਸਕਦੇ ਆਪਾਂ ਜਾਂ ਸਰਕਾਰਾਂ ਦੀ ਨਾਲਾਇਕੀ ਸੀ ਵੀ ਅਸੀਂ ਉਹ ਉਪਰਾਲੇ ਨਹੀਂ ਕੀਤੇ। ਸਾਨੂੰ ਚਾਹੀਦਾ ਸੀ ਉਸ ਟਾਈਮ ਰੁਜ਼ਗਾਰ ਦੇ ਉਪਰਾਲੇ ਪੈਦਾ ਕਰਦੇ, ਉਹਨਾਂ ਨੂੰ ਉਸ ਲਾਈਨ ਤੋਂ ਹਟਾਉਂਦੇ, ਉਸ ਲਾਈਨ 'ਚ ਨਾ ਜਾਂਦੇ। ਤੁਹਾਨੂੰ ਲੱਗਦਾ ਨਹੀਂ ਕਿ ਇਹ ਰੁਜ਼ਗਾਰ ਉਦੋਂ ਖਰਾਬ ਹੋ ਗਿਆ ਜਦੋਂ ਜਿਹੜੇ ਉਸ ਵੇਲੇ ਦੇ ਰਾਜਸੀ ਆਗੂ ਸੀ ਉਹਨਾਂ ਨੇ ਆਪਦੇ ਕਾਰੋਬਾਰ ਸਥਾਪਿਤ ਕਰ ਲਏ, ਏਡੇ ਵੱਡੇ ਕਰ ਲਏ ਕਿ ਲੋਕਾਂ ਦੇ, ਜਿਵੇਂ ਤੁਸੀਂ ਪਹਿਲਾਂ ਗੱਲ ਕਰਕੇ ਹਟਿਓ ਕਿ ਭੱਠਿਆਂ ਦੇ ਉੱਤੇ ਜਾਂ ਠੇਕਿਆਂ ਦਾ ਦਿੱਤਾ ਜਾਂਦਾ ਸੀ ਹਿੱਸਾ। ਮੈਂ ਇੱਥੋਂ ਤੱਕ ਦੇਖਿਆ ਕਿ ਵਰਕਰਾਂ ਨੂੰ ਡੀਪੂ ਤੇ ਰੂਟ ਵੀ ਦਿੱਤੇ ਜਾਂਦੇ ਸੀ। ਪਰ ਅੱਜ ਜਿਹੜੀ ਇਹ ਚੀਜ਼ ਇਹ ਰਾਜਸੀ ਲੋਕ ਜ਼ਿੰਮੇਵਾਰ ਨਹੀਂ। ਇਹ ਗੱਲ ਮੈਂ ਪਹਿਲੇ ਕਹਿ ਕੇ ਰਿਹਾ ਵੀ ਅਸੀਂ ਉਪਰਾਲਾ ਨਹੀਂ ਕੀਤਾ, ਸਾਡੀਆਂ ਪਾਰਟੀਆਂ ਨੇ ਕੀਤਾ। ਸਾਡੀਆਂ ਪਾਰਟੀਆਂ ਜਿਹੜੀਆਂ ਕੈਪੀਟਲਿਜ਼ਮ ਦੇ ਤੌਰ ਤੇ ਵਿਚਰ ਗਈਆਂ। ਸਾਡੀਆਂ ਪਾਰਟੀਆਂ ਉਹ ਵੱਡੇ ਵੱਡੇ ਸਟੇਟਾਂ ਨੂੰ ਸਪੋਰਟ ਕਰਨ ਲੱਗ ਗਈਆਂ। ਹਾਂਜੀ, ਇੱਕ ਜਿਹੜਾ ਸਾਰੇ ਪਿੰਡ 'ਚ ਪੈਸਾ ਵੰਡਿਆ ਜਾਣਾ ਸੀ, ਉਹ ਇੱਕ ਪਿੰਡ 'ਚ ਇੱਕ ਆਦਮੀ ਕੋਲ ਚਲਾ ਗਿਆ। ਜੀ, ਅੱਜ ਉਸ ਪੋਜੀਸ਼ਨ ਤੇ ਹਿੰਦੁਸਤਾਨ ਜਿਹੜੀ ਆ ਕਿਸਾਨਾਂ ਦੀ ਲੜਾਈ ਹੈ, ਉਹੀ ਦੋ ਘਰਾਣਿਆਂ ਪਿੱਛੇ ਹੈ। ਸਾਰਾ ਹਿੰਦੁਸਤਾਨ ਦਾ ਸਰਮਾਇਆ ਦੋ ਘਰਾਣਿਆਂ ਨੂੰ ਦੇਤਾ ਤੇ 130 ਜਾਂ 35 ਜਾਂ 140 ਕਰੋੜ ਦੀ ਆਬਾਦੀ ਜਿਹੜੀ ਸੀ ਉਹ ਇੱਕ ਪਾਸੇ ਕਰਤੀ, ਦੋ ਘਰ ਇੱਕ ਪਾਸੇ ਕਰਤੇ। ਲੜਾਈ ਕੀ ਹੈ? ਅਨਐਮਪਲੋਇਮੈਂਟ। ਅੱਜ ਤੁਸੀਂ ਇੰਪਲੋਇਮੈਂਟ ਦਿੰਦੇ ਹੋ। ਜੇ ਸਾਡੀ ਸਰਕਾਰ ਜਿਵੇਂ ਚੱਲੀ ਹੈ, ਅਸੀਂ ਜਿਵੇਂ ਖਾਨਾਂ ਦੀ ਗੱਲ ਕਰ ਰਿਹਾ, ਮੈਂ ਰੇਤੇ ਦੀਆਂ ਖਾਨਾਂ ਦੂਜੀਆਂ ਯੂਥ 'ਚ ਵੰਡੀਆਂ ਜਾਂਦੀਆਂ, ਯੂਥ ਨੂੰ ਲਾਇਸੈਂਸ ਦਿੱਤੇ ਜਾਂਦੇ ਆ, ਸਾਰੇ ਇੰਪਲੋਇਮੈਂਟ 'ਚ ਆ ਜਾਣਗੇ। ਕੋਈ ਕਿਸੇ ਆ ਜਿਹੜਾ ਬਾਹਰ ਸਾਡਾ ਪੰਜਾਬ ਸਾਰਾ ਖਾਲੀ ਹੋ ਗਿਆ, ਕੈਨੇਡਾ ਭਰ ਗਿਆ। ਕੈਨੇਡਾ ਜਾਓ, ਬੈਕਲੌਗ ਇਸ ਟਾਈਮ 4 ਲੱਖ ਸਟੂਡੈਂਟ ਦਾ ਬੈਕਲੌਗ ਹੈ ਇਹਦੇ ਕਰਕੇ, ਕਰੋਨਾ ਕਰਕੇ। ਬਿਲਕੁਲ। ਕਿਉਂ ਜਵਾਨੀ ਜਾ ਰਹੀ ਹੈ? ਕਿਉਂਕਿ ਉੱਥੇ ਜਾ ਕੇ ਉਹਨਾਂ ਨੇ ਪਤਾ ਘੱਟੋ ਘੱਟ ਸਾਨੂੰ ਰੋਟੀ ਤਾਂ ਮਿਲਦੀ ਹੈ, ਕੱਪੜਾ ਮਿਲਦਾ ਹੈ, ਹਾਂਜੀ, ਚੜ੍ਹਨ ਨੂੰ ਸਕੂਟਰ ਮਿਲਦਾ ਹੈ, ਕਾਰ ਮਿਲਦੀ ਹੈ। ਇੱਕ ਤਾਂ ਬੇਰੁਜ਼ਗਾਰੀ ਹੋ ਗਈ ਜੀ। ਇੱਕ ਇਲਜ਼ਾਮ ਉਸ ਵੇਲੇ ਦੇ ਹਾਕਮਾਂ ਤੇ ਇਹ ਵੀ ਲੱਗਦੇ ਰਹੇ ਨੇ ਕਿ ਪੁਲਿਸ ਵਾਲਿਆਂ ਨੇ ਤਰੱਕੀਆਂ ਲੈਣ ਲਈ ਨਜਾਇਜ਼ ਮੁਕਾਬਲੇ ਬਹੁਤ ਕੀਤੇ ਨੇ ਜੀ। ਇਦਾਂ ਦੀਆਂ ਗੱਲਾਂ ਕੁਛ ਆਉਂਦੀਆਂ ਸੀ ਸਾਹਮਣੇ ਜੀ? ਦੇਖੋ, ਸਾਹਮਣੇ ਤਾਂ ਨਹੀਂ ਕਦੀ ਵੀ ਆਈਆਂ ਇਹੋ ਜਿਹੀਆਂ ਗੱਲਾਂ, ਦਾ ਰਿਕਾਰਡ 'ਚ ਹੁੰਦੀਆਂ ਨੇ ਇਹ। ਪਰ ਜੇ ਹੋਈਆਂ ਤਾਂ ਲੋਕਾਂ 'ਚ ਆਈਆਂ ਗੱਲਾਂ ਇਹ ਜੀ, ਜੇ ਵਿਚਰੀਆਂ ਗੱਲਾਂ, ਜੇ ਖਾਲੜਾ ਕਾਂਡ ਹੋਇਆ ਜਾਂ ਅੱਜ ਕੱਲ੍ਹ ਜਿਹੜਾ ਸੈਣੀ ਭੁਗਤ ਰਿਹਾ ਹੈ, ਜੇ ਇਹ ਗੱਲਾਂ ਹੁਣ ਆ ਰਹੀਆਂ ਨੇ ਅਖਬਾਰਾਂ 'ਚ, ਉਦੋਂ ਨਹੀਂ ਆਈਆਂ। ਲੋਕੀ ਡਰਦੇ ਸੀ ਪੁਲਿਸ ਤੋਂ, ਕਿਉਂਕਿ ਪੁਲਿਸ ਰਾਜ ਸੀਗਾ ਜੀ। ਦਾਦ ਫਰਿਆਦ ਤਾਂ ਕਿਸੇ ਦੀ ਹੈ ਹੀ ਨਹੀਂ ਸੀਗੀ। ਹੁਣ ਘੱਟੋ ਘੱਟ ਫਰਿਆਦ ਤਾਂ ਹੈ ਨਾ। ਹੁਣ 4 ਪੁਲਿਸ ਵਾਲੇ ਅਫਸਰ ਵੀ ਸੋਚ ਕੇ ਗੱਲ ਕਰਦੇ ਨੇ। ਜੇ ਕੱਲ SHO ਨੇ ਮੋਗੇ 'ਚ ਥੱਪੜ ਮਾਰਿਆ ਡਿਪਟੀ ਮੇਅਰ ਦੇ, ਤੇ ਨਾਲ ਦੀ ਨਾਲ ਸਸਪੈਂਡ ਹੋਇਆ ਉਹ, ਨਹੀਂ ਪਰਚਾ ਵੀ ਹੋ ਗਿਆ, ਨਾਲ ਉਹਦੇ ਪਰਚਾ ਵੀ ਗਿਆ। ਤੇ ਜੇ ਉਹ ਦੌਰ ਹੁੰਦਾ ਤੇ ਉਲਟਾ ਉਹ ਤੇ ਕੇਸ ਬਣਨੇ ਸੀ ਡਿਪਟੀ ਤੇ, ਔਰ ਉਹ ਹੋ ਸਕਦਾ ਉਹਦਾ ਕਿਤੇ ਐਨਕਾਊਂਟਰ ਨਾ ਹੋ ਜਾਂਦਾ ਜੀ। ਇਹ ਹੁਣ ਤੇ ਉਦੋਂ 'ਚ ਇਹ ਫਰਕ ਹੈ ਜੀ। ਉਦੋਂ ਪੁਲਿਸ ਦੀ ਜਿਹੜੀ ਸੀ, ਪੁਲਿਸ ਨੂੰ ਫੁੱਲ ਪਾਵਰਾਂ ਸੀਗੀਆਂ ਵੀ ਟੈਰਰਿਜ਼ਮ ਖਤਮ ਕਰਨ ਦੇ ਨਾਂ ਤੇ। ਤੇ ਜਦੋਂ ਯੂਜ਼ ਕੋਈ ਚੀਜ਼ ਕਰਦੇ, ਉਹਨੂੰ ਮਿਸਯੂਜ਼ ਵਾਲੇ ਪਾਸੇ ਚਲੀ ਜਾਏ ਨਾ, ਫਿਰ ਉਹ ਮਿਸਯੂਜ਼ ਵੀ ਕਈ ਵਾਰੀ ਵੱਧ ਹੋ ਜਾਂਦੀ ਹੈ। ਤੁਸੀਂ ਸਮਝਦੇ ਹੋ ਕਿ ਇਸ ਵੇਲੇ ਜਿਹੜੀ ਰਾਜਨੀਤੀ ਹੈ ਇਹ ਵੀ ਉਸ ਮੋੜ ਤੇ ਖੜੀ ਹੈ? ਜੇ ਇਹਨੇ ਆਪਣੇ ਆਪ ਨੂੰ ਤਬਦੀਲ ਨਾ ਕੀਤਾ, ਲੋਕਾਂ ਮੁਤਾਬਕ ਨਾ ਢਲੇ,
ਤਾਂ ਅਗਲੇ ਦਿਨਾਂ ਦੇ ਵਿੱਚ ਕਾਫੀ ਗੰਭੀਰਤਾ ਵਾਲੀ ਸਥਿਤੀ ਬਣ ਸਕਦੀ ਹੈ। ਦੇਖੋ ਇਹ ਗੱਲ ਤਾਂ ਨਹੀਂ ਮੈਂ ਕਹਿ ਸਕਦਾ, ਕਿਉਂਕਿ ਉਦੋਂ ਦਾ ਤੇ ਹੁੰਦਾ ਇਹ ਫਰਕ ਹੈ ਵੀ ਉਦੋਂ ਲੋਕਾਂ ਕੋਲੇ ਅਪਰਚੁਨਿਟੀ ਸੈਕੰਡ ਨਹੀਂ ਸੀਗੀ, ਆਪਸ਼ਨ ਨਹੀਂ ਸੀ ਕੋਈ। ਹੁਣ ਆਹ ਜਿਹੜੀ ਬਾਹਰ ਜਾਣ ਵਾਲੀ ਆਪਸ਼ਨ ਹੈ ਬੱਚਿਆਂ ਕੋਲੇ, ਤੰਗ ਨੇ ਬੱਚੇ, ਫੈਡ ਅਪ ਨੇ ਬੱਚੇ, ਬਹੁਤ ਦੁਖੀ ਨੇ, ਪੇਰੈਂਟਸ ਦੁਖੀ ਨੇ, ਲੇਕਿਨ ਉਹ ਫਿਰ ਸੋਚਦੇ ਵੀ ਜੀ ਕਿ ਵੀਗਾ ਜ਼ਮੀਨ ਯਾਰ ਵੇਚ ਕੇ ਬਾਹਰ ਭੇਜ ਦਿਓ, ਬੰਦਾ ਲੋਨ ਲੈ ਲਓ। ਉਹਨਾਂ ਕੋਲ ਆਪਸ਼ਨ ਆ ਗਈ, ਉਹਦੇ ਨਾਲ ਕੀ ਹੈ ਵੀ ਲੋਕ ਦੂਜੇ ਪਾਸੇ ਮਾੜੇ ਪਾਸੇ ਤੁਰਨ ਦੀ ਬਜਾਏ ਥੋੜਾ ਜਿਹਾ ਚੰਗੇ ਪਾਸੇ। ਨਹੀਂ, ਮੈਂ ਰਾਜਸੀ ਬਦਲਾਅ ਦੀ ਦੇਖਦਾ, ਰਾਜਸੀ ਜਿਹੜਾ ਬਦਲਾਅ ਦੀ ਗੱਲ ਕਰ, ਰਾਜਸੀ ਪਾਰਟੀਆਂ ਨੂੰ ਆਪਦਾ ਸਥਿਤੀ ਬਦਲਣੀ ਚਾਹੀਦੀ ਹੈ। ਰਾਜਸੀ ਪਾਰਟੀਆਂ ਦੀ ਜਿਹੜੀ ਮਾਨਸਿਕਤਾ ਉਦੋਂ ਤੱਕ ਨਹੀਂ ਬਦਲਦੀ ਜਿੰਨਾ ਚਿਰ ਕੁਰਸੀ ਦਾ ਜਿਹੜਾ ਲਾਲਚ ਨਹੀਂ ਛੱਡਦਾ। ਬਿਲਕੁਲ। ਅੱਛਾ ਲਖਵਿੰਦਰ ਸਿੰਘ ਜੀ, ਇੱਕ ਜਦੋਂ ਕੁਰਸੀ ਅੱਗੇ ਆ ਜਾਂਦੀ ਹੈ ਜੀ ਤਾਂ ਫਿਰ ਉਹ ਕਿਸਾਨਾਂ ਦੇ ਨਾਂ ਤੇ, ਮੈਂ ਹੁਣ ਐਗਜ਼ਾਮਪਲ ਹੈ, ਕਿਸਾਨਾਂ ਦੇ ਨਾਂ ਤੇ ਜਿਹੜਾ ਮੁਜ਼ਾਹਰਾ ਹੋਇਆ ਅਕਾਲੀ ਦਲ ਨੇ ਕੀਤਾ, ਕਿਸਾਨ ਦਾ ਝੰਡਾ ਨਹੀਂ, ਕਿਸਾਨ ਦਾ ਨਾਂ ਨਹੀਂ, ਕਿਸਾਨ ਦਾ ਨਾਰਾ ਨਹੀਂ, ਉਹ ਆਪਣੀ ਪਾਰਟੀ ਦੇ ਨਾਰੇ, ਆਪਣੇ ਲੀਡਰਾਂ ਦੇ ਨਾਰੇ, ਆਪਣੀ ਪਾਰਟੀ ਦਾ ਝੰਡਾ ਲਾਇਆ ਉਹਨਾਂ ਨੇ ਤੇ ਵਰਤਿਆ ਨਾ ਕਿਹਦਾ, ਕਿਸਾਨ ਦਾ। ਕਿਉਂਕਿ ਮਨੋਂ ਸਾਫ਼ ਨਹੀਂ। ਜਿੰਨਾ ਚਿਰ ਪੋਲੀਟੀਕਲ ਪਾਰਟੀਆਂ ਦੇ ਲੀਡਰ ਤੇ ਪਾਰਟੀਆਂ ਆਪੇ ਹੋ ਜਾਂਦੀਆਂ, ਉਹ ਮਨੋਂ ਸਾਫ਼ ਹੋ ਕੇ ਪਬਲਿਕ ਦੇ ਇੰਟਰਸਟ 'ਚ ਕੰਮ ਨਹੀਂ ਕਰਦੀਆਂ, ਉਹਨਾਂ ਚਿਰ ਅਨਪਲਾਇਮੈਂਟ ਵੀ ਨਹੀਂ ਦੂਰ ਹੁੰਦੀ, ਉਹਨਾਂ ਚਿਰ ਸ਼ਾਂਤੀ ਵੀ ਨਹੀਂ ਆਉਂਦੀ, ਉਹਨਾਂ ਚਿਰ ਕੰਟਰੀ ਵੀ ਨਹੀਂ ਪ੍ਰਗਤੀ ਕਰ ਸਕਦਾ, ਸਟੇਟ ਨਹੀਂ ਪ੍ਰਗਤੀ ਕਰ ਸਕਦੀ। ਇੱਕ ਦੱਸਿਓ, ਮੰਤਰੀ ਮੰਡਲ ਹੁਣ ਵੀ ਦਿੱਲੀ ਤੋਂ ਪਾਸ ਹੋ ਕੇ ਆਂਦਾ ਹੈ ਜੀ। ਸ਼੍ਰੀਮਤੀ ਇੰਦਰਾ ਗਾਂਧੀ ਹੋਣਾ ਵੇਲੇ ਵੀ ਆਹੀ ਕੁਛ ਹੁੰਦਾ ਸੀਗਾ, ਹਾਈ ਕਮਾਂਡ ਹੀ ਸਾਰਾ ਡਿਸਾਈਡ ਕਰਦੀ ਸੀ। ਬਿਲਕੁਲ ਬਿਲਕੁਲ, ਇਹ ਕਾਂਗਰਸੀ ਪਾਰਟੀ ਦਾ ਦਸਤੂਰ ਰਿਹਾ। ਇਹ ਹਮੇਸ਼ਾ ਜਿੰਨੇ ਵੀ ਫੈਸਲੇ ਹੁੰਦੇ ਆ ਸਟੇਟ 'ਚ ਇੱਕ ਲਾਈਨ ਦਾ ਰੈਜ਼ੋਲੂਸ਼ਨ ਹੁੰਦਾ ਹੈ ਵੀ ਜੋ ਹਾਈ ਕਮਾਂਡ ਕਰੇ ਉਹ ਸਾਨੂੰ ਮਨਜ਼ੂਰ ਹੈ ਜੀ। ਉਹੀ ਹੁਣ ਹੋਇਆ, ਉਹੀ ਦਸਤੂਰ ਸ਼ੁਰੂ ਤੋਂ ਹੈ। ਹਾਂ, ਕਿਉਂਕਿ ਜਿਹੜੀ ਹਾਈ ਕਮਾਂਡ ਹੈ ਉਹਨਾਂ ਕੋਲ ਹਰ ਤਰ੍ਹਾਂ ਦੀ ਬੈਕਫੀਡ ਹੈ। ਮੈਂ ਪੁਰਾਣੀ ਗੱਲ ਦੱਸਣ ਗਿਆ, ਪੁਰਾਣੇ ਜਿਵੇਂ ਅੱਜ ਜਸਪਾਲ ਜੀ ਨੇ ਮੈਨੂੰ ਦੱਸੇ ਪੁੱਛਿਆ ਵੀ ਉਦੋਂ ਇਹ ਕੀ ਹੁੰਦਾ ਸੀ ਵੀ ਦੋ ਧੜੇ ਕਿਉਂ ਬਣਾ ਕੇ ਰੱਖਦੇ ਸੀ ਪਾਰਟੀ ਵਾਲੇ ਜੀ। ਮੈਂ ਕਿਹਾ ਵੀ ਉਹ ਬਹੁਤ ਵਧੀਆ ਚੀਜ਼ ਸੀ। ਉਦੋਂ ਨਾ ਮੋਬਾਈਲ ਹੁੰਦੇ ਸੀ, ਨਾ ਕੋਈ ਹੋਰ ਸਾਧਨ ਹੁੰਦਾ ਸੀਗਾ, ਨਾ ਮੇਲ ਹੁੰਦੀਆਂ ਸੀਗੀਆਂ, ਨਾ ਕੁਛ ਹੁੰਦੀਆਂ ਸੀ। ਜਦੋਂ ਦੋ ਧੜੇ ਪਾਰਟੀ ਬਣਾਉਂਦੀ ਸੀਗੀ, ਇੱਕ ਜੈਲ ਸਿੰਘ ਹੋ ਗਿਆ, ਇੱਕ ਦਰਬਾਰਾ ਸਿੰਘ ਹੋ ਗਿਆ, ਉਹ ਗਿਆਨੀ ਜੀ ਨੇ ਉਹਦੀ ਗੱਲ ਦੱਸਣੀ ਹੈ, ਉਹਨੇ ਉਹਦੀ ਦੱਸਣੀ ਹੈ, ਦੋਨਾਂ ਦੀ ਜਿਹੜੀ ਬੈਕਫੀਡ ਹੈ ਉਹ ਹਾਈ ਕਮਾਂਡ ਕੋਲ ਪਹੁੰਚ ਜਾਂਦੀ ਸੀ ਜੀ। ਤੇ ਹਾਈ ਕਮਾਂਡ ਕੋਲ ਦੋਨੇ ਵਾਰੀ ਜਾਣ ਦੀ ਬਜਾਏ ਉਹਨਾਂ ਕੋਲ ਪਹਿਲਾਂ ਹੀ ਸਾਰਾ ਕੁਝ ਪਹੁੰਚਿਆ ਹੁੰਦਾ ਸੀ ਜੀ। ਉਹਨੇ ਕਿਹਾ ਅੱਛਾ ਆਪ ਤਾਂ ਇਹ ਬਾਤ ਕਰੇ ਲੇਕਿਨ ਬਾਤ ਤਾਂ ਇਹ ਹੈ। ਉਹ ਜਦੋਂ ਬੰਦੇ ਨੇ ਗੱਲ ਕਰਨੀ ਚੁੱਪ ਕਰ ਜਾਣਾ ਕਿ ਵੀ ਇਹਨਾਂ ਕੋਲ ਕਿਵੇਂ ਗੱਲ ਪਹੁੰਚ ਗਈ ਜੀ। ਇਸ ਕਰਕੇ ਧੜੇ ਜਿਹੜੇ ਸੀ ਜ਼ਰੂਰੀ ਸੀਗੇ। ਅੱਜ ਵੀ ਜਿਹੜਾ ਨਾ ਉਦੋਂ ਵੀ ਹਾਈ ਕਮਾਂਡ ਫੈਸਲੇ ਕਰਦੀ ਸੀ, ਅੱਜ ਵੀ ਇਹੀ ਹਾਲ ਹੈ ਜੀ। ਅੱਜ ਤੁਸੀਂ ਅੱਜ ਦੀ ਤਾਜ਼ਾ ਦੇਖ ਲਓ, ਨਹੀਂ ਜੀ ਇਹ ਤਾਂ ਉੱਥੇ ਬੈਕਵਰਡ ਦੇ ਵੋਟਾਂ ਜ਼ਿਆਦਾ ਨੇ ਜੀ, ਇੱਕ ਬੈਕਵਰਡ ਮਿਨਿਸਟਰ ਬਣਾਓ ਜੀ, ਇਹਨਾਂ ਕੋਲ ਜੀ ਆਹ ਪਾਵਰ ਹੈ, ਇਹਨਾਂ ਕੋਲ ਆਹ ਨਾ ਬਣਾਓ ਜੀ, ਇਹਨਾਂ ਨੂੰ ਐਂ ਕਰੋ ਜੀ, ਐਂ ਕਰੋ ਜੀ। ਅੱਛਾ ਇੱਕ ਹੋਰ ਦੱਸਿਓ, ਤੁਸੀਂ ਤਜਰਬਾ ਬਹੁਤ ਆ ਤੁਹਾਡਾ ਕਾਂਗਰਸ ਪਾਰਟੀ ਨਾਲ, ਸ਼੍ਰੀਮਤੀ ਇੰਦਰਾ ਗਾਂਧੀ ਹੋਣਾ ਨਾਲ ਤੁਹਾਡੀ ਕੋਈ ਖਾਸ ਮੁਲਾਕਾਤ ਜਿਹੜੀ ਤੁਹਾਨੂੰ ਯਾਦ ਰਹਿ ਗਈ ਹੋਵੇ ਤਮਾਮ ਉਮਰ, ਕਿ ਜੀ ਆਹ ਗੱਲ ਹੋਈ ਸੀ, ਬੜੀ ਕਮਾਲ ਦੀ ਗੱਲ ਸੀ ਇਹ? ਇੱਕ ਮੈਨੂੰ ਸੀਨ ਯਾਦ ਆਉਂਦਾ ਜੀ। ਸਰ ਦਰਬਾਰਾ ਸਿੰਘ ਚੀਫ ਮਿਨਿਸਟਰ ਸੀਗੇ, ਮੈਂ ਉਦੋਂ 81 ਦੀ ਗੱਲ ਹੈ, 81 ਦੀ। ਪੰਜਾਬ ਭਵਨ ਅਸੀਂ ਠਹਿਰੇ ਹੋਏ ਸੀਗੇ, ਗਿਆਨੀ ਜੈਲ ਸਿੰਘ ਹੋਮ ਮਿਨਿਸਟਰ ਸੀਗੇ, ਇੰਦਰਾ ਜੀ ਪ੍ਰਾਈਮ ਮਿਨਿਸਟਰ ਸੀਗੇ, ਦਰਬਾਰਾ ਸਿੰਘ ਚੀਫ ਮਿਨਿਸਟਰ ਸੀ ਇੱਥੇ। ਤਾਂ ਇੱਕ ਕਾਂਡ ਹੋਇਆ ਜਿਹੜਾ ਕਿ ਪੰਜਾਬ 'ਚ ਪਹਿਲਾ ਕਾਂਡ ਸੀ, ਢਿਲਵਾਂ 6 ਹਿੰਦੂ ਕੱਢ ਕੇ ਮਾਰੇ ਗਏ ਬੱਸ 'ਚੋਂ ਜੀ, ਜਿਹੜਾ ਕਿ ਦਰਬਾਰਾ ਸਿੰਘ ਸਰਕਾਰ ਦੀ ਮਤਲਬ ਅਰਥੀ 'ਚ ਕਿੱਲ ਦਾ ਜਿਵੇਂ ਕਹਿੰਦੇ ਨਾ ਕੰਮ ਕੀਤਾ ਉਹਨੂੰ, ਮਤਲਬ ਉਸ ਤੋਂ ਬਾਅਦ ਬਹੁਤ ਭੜਕਿਆ ਸੀ ਜੀ ਮੁੱਦਾ ਬਹੁਤ ਜ਼ਿਆਦਾ ਉਦੋਂ ਮਾੜਾ ਸਭ ਤੋਂ। ਔਰ ਇਸ ਗੱਲ ਦਾ ਲੋਕੀ ਤੇ ਕਹਿੰਦੇ ਆ ਨਾ ਵੀ ਜੈ ਪ੍ਰਕਾਸ਼ ਆਪਣਾ ਸੋਰੀ ਜਾਂ ਪੰਜਾਬ ਕੇਸਰੀ ਜਿਹੜਾ ਸੀਗਾ ਲਾਲਾ ਜਗਤ ਨਾਰਾਇਣ ਜੀ ਵੀ ਇਹਦਾ ਮਰਡਰ ਪਹਿਲਾਂ ਹੋਇਆ। ਨਹੀਂ, ਤੁਸੀਂ ਵਾਈਟ ਪੇਪਰ ਇੱਕ ਪਹਿਲਾਂ ਬੱਸ 'ਚ ਹਿੰਦੂ ਕੱਢ ਕੇ ਹੋਇਆ ਸੀ। ਸਭ ਤੋਂ ਪਹਿਲਾ ਮਰਡਰ ਹੋਇਆ ਉਹ ਨਿਰੰਕਾਰੀ ਜਿਹੜੇ 7 ਸਟਾਰ ਜਿਹੜੇ ਮੈਂ ਦੱਸਿਆ, ਉਹ ਸੀ ਲਾਲਾ ਸ਼ਾਦੀ ਲਾਲ ਆਂਗਰਾ, ਆਨੰਦਪੁਰ ਸਾਹਿਬ ਦਾ ਮਿਊਨਿਸਪਲ ਕਮੇਟੀ ਦਾ ਪ੍ਰਧਾਨ ਸੀ। ਲੋਕਨਾਥ ਆਂਗਰੇ ਦਾ ਫਾਦਰ, ਲੋਕਨਾਥ ਆਂਗਰੇ ਦਾ ਫਾਦਰ ਸੀ। ਲੋਕਨਾਥ ਆਂਗਰਾ ਉਸ ਟਾਈਮ ਸਟੂਡੈਂਟ ਸੀ ਲਾਅ ਦਾ ਯੂਨੀਵਰਸਿਟੀ 'ਚ, ਇਹਦੇ ਫਾਦਰ ਸੀ। ਔਰ ਬਹੁਤ ਸ਼ਾਹੂਕਾਰਾ ਸੀ ਉਹਨਾਂ ਦਾ, ਬਹੁਤ ਅਮੀਰ ਫੈਮਿਲੀ।
ਔਰ ਉਹ 7 ਸਟਾਰ 7 ਸਟਾਰਾਂ ਦੇ ਵਿੱਚ 1 ਸਟਾਰ ਸੀ ਨਿਰੰਕਾਰੀਆਂ ਦੇ। ਜੀ ਮੇਲਾ ਸੀ ਨੈਣਾ ਦੇਵੀ ਦਾ, ਤੇ ਬਾਜ਼ਾਰ ਦੇ ਵਿੱਚ ਉਹਨਾਂ ਦਾ ਮਰਡਰ ਕੀਤਾ ਸੀ। ਤੇ ਉਸ ਟਾਈਮ ਮੈਂ ਮੌਕੇ ਤੇ ਪਹੁੰਚਿਆ ਸੀ, ਮੇਰੀ ਪਾਰਟੀ ਵੱਲੋਂ ਡਿਊਟੀ ਲੱਗੀ ਸੀਗੀ। ਉਹ ਮੇਰੇ ਸੀਨ ਸਾਹਮਣੇ ਆ। ਜੀ ਦੂਜਾ ਮਰਡਰ ਲਾਲਾ ਜਗਤ ਨਾਰਾਇਣ ਦਾ ਹੋਇਆ, ਜੀ ਫਿਰ ਬਾਅਦ ਚ ਚੱਲ ਪਿਆ ਕਾਬਾ। ਤਾਂ ਜਿਹੜਾ ਇਹ ਸਿਸਟਮ ਜਿਹੜਾ ਸੀ ਨਾ, ਇੰਦਰਾ ਗਾਂਧੀ ਵੇਲੇ ਤੁਸੀਂ ਦੱਸ ਰਹੇ ਸੀਗੇ, ਇੰਦਰਾ ਗਾਂਧੀ ਵੇਲੇ ਜਿਹੜਾ ਸੀਗਾ ਸਾਰਾ ਦਾ, ਤਾਂ ਉਹ ਸੀਨ ਜਿਹੜਾ ਜੇ ਤੁਸੀਂ ਮੈਨੂੰ ਕਹਿੰਦੇ ਕੋਈ ਯਾਦਾਸ਼ਤ, ਜੀ ਤਾਂ ਇੰਦਰਾ ਜੀ ਨੇ ਇਮੀਡੀਏਟ ਸਾਰੀ ਪਾਰਟੀ ਜਿਹੜੇ ਮੇਨ ਬੰਦੇ ਦਿੱਲੀ ਬੁਲਾਏ। ਇੱਕ ਸਫਦਰ ਜੰਗ ਰੋਡ ਦੀ ਗੱਲ ਹੈ। ਉਹ ਸੀਨ ਜਿਹੜਾ ਤੁਸੀਂ ਮੈਨੂੰ ਕੋਈ ਯਾਦਾਸ਼ਤ ਇੱਦਾਂ ਦੀ, ਉਹ ਮੈਨੂੰ ਹਾਲੇ ਵੀ ਨਹੀਂ ਭੁੱਲਦਾ। ਇੰਦਰਾ ਗਾਂਧੀ ਦੇਖਣ 'ਚ ਬੜੇ ਲੰਬੇ ਲੱਗਦੇ ਸੀਗੇ ਸਾੜੀ ਨਾਲ, ਲੇਕਿਨ ਉਹਨਾਂ ਦਾ ਕੱਦ ਬਹੁਤਾ ਨਹੀਂ ਸੀਗਾ। ਜੀ ਉਹ ਉਸ ਲੇਡੀ 'ਚ ਮੈਂ ਫੁਰਤੀ ਦੇਖੀ, ਉਹਨੇ ਐਂ ਛਾਲ ਮਾਰ ਕੇ ਕੁਰਸੀ ਦੇ ਉੱਤੇ ਖੜੀ ਹੋ ਗਈ, ਔਰ ਦਰਬਾਰਾ ਸਿੰਘ ਨੇ ਗੱਲ ਪੈ ਗਈ ਚੀਫ ਮਿਨਿਸਟਰ ਦੇ। ਜੀ ਸਾਹਨੇਵਾਲ ਤੋਂ ਇੱਕ ਵੀਰਪਾਲ ਸਿੰਘ ਹੁੰਦਾ ਸੀ ਕੋਆਪਰੇਟਿਵ ਮਿਨਿਸਟਰ, ਜੀ ਉਹ ਉਹਨੂੰ ਕਹਿੰਦੇ ਵੀਰਪਾਲ ਬਤਾਈਏ ਕੀ ਬਾਤ ਹੈ, ਕਿਉਂਕਿ ਉਹ ਪਹਿਲਾਂ ਫੀਡ ਲੈ ਚੁੱਕੀ ਸੀ ਉਹਦੇ ਤੋਂ। ਜੀ ਉਹਦਾ ਮਿਨਿਸਟਰ ਸੀ, ਉਹਦੇ ਬਾਰੇ ਸਾਰਾ ਕੁਝ ਦੱਸ ਚੁੱਕਿਆ ਸੀ। ਜੀ ਉਹ ਐਸੀ ਪੋਜੀਸ਼ਨ ਬਣੀ ਸ਼ਾਂਤ, ਉੱਥੇ ਕੋਈ ਉੱਠਣਾ ਭਈ। ਉਹ ਤੋਂ ਬਾਅਦ ਇੰਦਰਾ ਗਾਂਧੀ ਨੇ ਮੁੜ ਕੇ ਕੋਈ ਪਾਰਟੀ ਦਾ ਬੰਦਾ ਨਹੀਂ ਬੋਲਿਆ, ਕੁਛ ਨਹੀਂ ਬੋਲਿਆ। ਤੇ ਦੂਜਾ ਸੀਨ ਮੈਂ ਦੇਖਿਆ ਜਦੋਂ ਰੇਲਵੇ ਮਿਨਿਸਟਰ ਹੁੰਦੀ ਸੀ, ਇਹ ਇੰਦਰਾ ਜੀ ਦਾ ਨਾ ਸੇਮ ਪੋਜੀਸ਼ਨ 'ਚ ਮੈਂ ਮਮਤਾ ਨੂੰ ਵੀ ਦੇਖਿਆ ਜਦੋਂ ਰੇਲਵੇ ਮਿਨਿਸਟਰ ਸੀ। ਜੀ ਇਹ ਜਿਹੜੀ ਇੰਦਰਾ ਜੀ ਦਾ ਸੀਨ ਸੀ ਨਾ, ਸਨਾਟਾ ਛਾ ਗਿਆ। ਅਗਲੇ ਦਿਨ ਲਾਤਾ ਉਹ ਦਰਬਾਰਾ ਸਿੰਘ। ਜੀ ਉਹ ਮੇਰੀ ਅੱਖਾਂ ਸਾਹਮਣੇ ਜਿਹੜਾ ਸੀ। ਜੀ ਤੇ ਇਹ ਇੱਕ ਮੰਨਿਆ ਜਾਂਦਾ ਜੀ, ਕਹਿੰਦੇ ਇੰਦਰਾ ਗਾਂਧੀ ਦੇ ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਉਹਨਾਂ ਨੂੰ ਪਲਾਂਟ ਕੀਤਾ ਗਿਆ ਸੀ। ਇਹ ਬੜੀ ਚਰਚਾ ਚੱਲਦੀ ਹੈ ਜੀ ਇਹ ਕਿ ਕਾਂਗਰਸ ਨੇ ਪਲਾਂਟ ਕੀਤਾ ਸੀ ਉਹਨਾਂ ਨੂੰ। ਨਹੀਂ, ਇਦਾਂ ਦੀ ਕੋਈ ਗੱਲ ਨਹੀਂ ਸੀ। ਜੀ ਭਿੰਡਰਾਂ ਵਾਲਾ ਧਾਰਮਿਕ ਬੰਦਾ ਸੀਗਾ, ਜੀ ਬਹੁਤ ਰਿਲੀਜੀਅਸ ਆਦਮੀ ਸੀਗਾ। ਬਾਅਦ ਚ ਕਿਵੇਂ ਏਜੰਸੀਆਂ ਦਾ ਹੋਇਆ, ਬਾਹਰਲੀਆਂ ਏਜੰਸੀਆਂ ਜਿਹੜੀਆਂ ਹੁੰਦੀਆਂ ਨੇ, ISI ਜਿਹਨੂੰ ਆਪਾਂ ਪਾਕਿਸਤਾਨ ਦੀ ਕਹਿ ਲਈਏ ਜਾਂ ਜੋ ਵੀ ਹੋਇਆ, ਜੀ ਉਹ ਬੜੀ ਲੰਬੀ ਚੌੜੀਆਂ ਏਜੰਸੀਆਂ ਦੀ ਗੱਲਾਂ ਹੁੰਦੀਆਂ। ਜੀ ਇੱਦਾਂ ਦੀ ਕੋਈ ਗੱਲ ਨਹੀਂ ਸੀ, ਨਾ ਇੰਦਰਾ ਜੀ ਦਾ ਪਲਾਂਟ ਸੀ ਨਾ ਉਹ ਸੀਗਾ। ਲੇਕਿਨ ਉਸ ਟਾਈਮ ਗਿਆਨੀ ਜੈਲ ਸਿੰਘ ਉਹਨਾਂ ਨੇ ਇੱਕ SGPC ਦੇ ਖਿਲਾਫ ਇੱਕ ਗੱਲ ਸੀ ਉਦੋਂ ਵੀ, SGPC ਦੇ ਖਿਲਾਫ ਕੋਈ ਇਲੈਕਸ਼ਨ ਨਹੀਂ ਸੀ ਲੜਦਾ ਅਕਾਲੀਆਂ ਦੇ ਖਿਲਾਫ। ਜੀ ਇਹ ਆਪਣੀ ਬਣਾ ਲੈਂਦੇ ਸੀ ਸ਼੍ਰੋਮਣੀ ਕਮੇਟੀ। ਤਾਂ ਉਦੋਂ ਉਮਰਾ ਨੰਗਲ ਵਗੈਰਾ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਕੇ ਟਿਆ, ਤੇ ਉਮਰਾ ਨੰਗਲ ਵਗੈਰਾ ਸਾਰੇ ਜਿਹੜੇ ਸੀਗੇ ਇਹ ਇਕੱਠੇ ਕਰਕੇ ਤੇ ਜਰਨੈਲ ਸਿੰਘ ਭਿੰਡਰਾਂ ਦੀ ਜਿਹੜਾ ਕਮਾਂਡ ਦੇ ਵਿੱਚ ਇਲੈਕਸ਼ਨ ਲੜਾਏ ਗਏ ਸੀਗੇ। ਜੀ ਤੇ ਉਦੋਂ ਸਿਰਫ ਕੱਲਾ ਉਮਰਾ ਜੀਵਨ ਸਿੰਘ ਉਮਰਾ ਨੰਗਲ ਜਿੱਤਿਆ ਸੀਗਾ, ਜੀ ਬਾਕੀ ਸ਼੍ਰੋਮਣੀ ਕਮੇਟੀ ਅਕਾਲੀਆਂ ਦੀ ਬਣ ਗਈ ਸੀਗੀ। ਉਹ ਇਸ ਕਰਕੇ ਵੀ ਲੋਕ ਉਂਗਲ ਕਰਦੇ ਸੀ, ਤਾਂ ਹੀ ਕਹਿੰਦੇ ਸੀ ਗਿਆਨੀ ਜੈਲ ਸਿੰਘ ਦਾ ਬੰਦਾ ਹੈ। ਜੀ ਹਾਲਾਂਕਿ ਇਦਾਂ ਦੀ ਕੋਈ ਗੱਲ ਨਹੀਂ ਸੀ। ਜੀ ਨਾ ਗਿਆਨੀ ਜੀ ਉਹਨਾਂ ਨੂੰ ਫਾਈਨਾਂਸ ਕਰਦੇ ਸੀ, ਨਾ ਪਾਰਟੀ ਫਾਈਨਾਂਸ ਕਰਦੀ ਸੀ, ਜੀ ਨਾ ਕੁਛ। ਲੇਕਿਨ ਉਹਨਾਂ ਦਾ ਇੱਕ ਉਪਰਾਲਾ ਸੀ ਵੀ ਯਾਰ ਗੁਰਦੁਆਰੇ ਕਿਸੇ ਤਰੀਕੇ ਨਾਲ ਇਹਨਾਂ ਦੇ ਕਬਜ਼ੇ ਛੁਡਾਈ ਹੈ। ਜੀ ਤੇ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਜੀ, ਗਿਆਨੀ ਜੈਲ ਸਿੰਘ ਉਹਨਾਂ ਨਾਲ ਤੁਹਾਡੀ ਪਹਿਲੀ ਮੁਲਾਕਾਤ ਉਸ ਤੋਂ ਬਾਅਦ ਕਦੋਂ ਹੋਈ? ਕੋਈ ਉਹਨਾਂ ਨੇ ਗੱਲ? ਨਹੀਂ, ਮੈਂ ਉੱਥੇ ਸੀ, ਮੈਂ ਤਾਂ ਉਦੋਂ ਰਾਸ਼ਟਰਪਤੀ ਭਵਨ ਸੀ। ਉੱਥੋਂ ਜਿਹੜਾ ਗਿਆਨੀ ਜੀ ਜਦੋਂ ਆਏ ਉੱਥੋਂ ਬੜੇ ਫੈਡਅਪ ਸੀ, ਬੜੇ ਦੁਖੀ ਸੀ, ਬੜਾ ਉਹਨਾਂ ਨੇ ਸਾਰੀਆਂ ਲਾਸ਼ਾਂ ਦੇਖੀਆਂ, ਸਾਰਾ ਆ ਕੇ ਉਹਨਾਂ ਦਾ ਕਈ ਵਾਰੀ ਉਹਨਾਂ ਦਾ ਮਨ ਬਦਲਿਆ ਵੀ ਐ ਹੁਣ ਕਿਵੇਂ ਹੈ। ਫਿਰ ਕਈਆਂ ਲੋਕਾਂ ਦੇ ਮੈਸੇਜ ਵੀ ਆਉਂਦੇ ਸੀ, ਗਿਆਨੀ ਜੀ ਛੱਡ ਦਿਓ ਜੀ ਆਏ। ਉਹ ਫਿਰ ਸਾਰਿਆਂ ਨੇ ਇਹ ਗੱਲ ਕਹੀ ਵੀ ਛੱਡ ਕੇ ਕੀ ਕਰੋਗੇ, ਹੁਣ ਤਾਂ ਤੁਹਾਡੇ ਕੋਲ ਪਾਵਰ ਹੈ, ਤੁਸੀਂ ਗੱਲ ਕਰ ਸਕਦੇ ਹੋ, ਕੋਈ ਗੱਲ ਆਪਣੀ ਮਨਵਾ ਸਕਦੇ ਹੋ, ਸਿੱਖ ਕੌਮ ਦਾ ਕੋਈ ਭਲਾ ਹੋ ਸਕਦਾ। ਜੇ ਤੁਸੀਂ ਰਿਜ਼ਾਈਨ ਕਰ ਜਾਓਗੇ ਤਾਂ ਫਿਰ ਭਲਾ ਥੋੜ੍ਹਾ ਹੋਊਗਾ, ਫਿਰ ਤਾਂ ਕੋਈ ਹੋਰ ਆ ਕੇ ਬਹਿ ਜਾਊਗਾ, ਫਿਰ ਉਸ ਉਲਟਾ ਕੌਮ ਦੇ ਜਾ। ਹੁਣ ਘੱਟੋ ਘੱਟ ਇੰਦਰਾ ਜੀ ਤੁਹਾਡੀ ਗੱਲ ਤਾਂ ਸੁਣਦੇ ਆ, ਜਾਂ ਦੂਜੇ ਕਿਸੇ ਪਾਸੇ ਤੁਸੀਂ ਆਪ ਗੱਲ ਤਾਂ ਕਰ ਸਕਦੇ ਹੋ। ਜੀ ਤੇ ਇਦਾਂ ਦੀਆਂ ਗੱਲਾਂ ਚੱਲਦੀਆਂ ਸੀ ਉਦੋਂ। ਫਿਰ ਉਹ ਵਿੱਚ ਹੀ ਇਹਦੇ ਲਈ ਪੰਜਾਬ ਦੇ ਆਗੂ ਵੀ ਜ਼ਿੰਮੇਵਾਰ ਨੇ ਜੀ। ਆਗੂ ਤੇ ਰਲੇ ਮਿਲੇ ਹੀ ਹੁੰਦੇ ਆ ਵਿੱਚੇ, ਪੰਜਾਬ ਦੇ ਹੋ ਗਏ ਵਿੱਚੇ, ਕਿਉਂਕਿ ਕੋਈ ਚੁੱਕਣ ਵਾਲਾ ਹੁੰਦਾ ਵਿੱਚ। ਇਸ ਦਾ ਬੂਟਾ ਸਿੰਘ ਹੁਣੀ ਸੀ, ਕੋਈ ਕਿਸੇ ਪਾਸੇ ਕਰਦਾ ਸੀ, ਗੱਲਾਂ ਬਹੁਤ ਲੰਬੀਆਂ ਚੌੜੀਆਂ ਨੇ। ਜੀ ਜੀ ਤੇ ਅਕਾਲੀ ਦਲ ਹਮੇਸ਼ਾ ਦੋਸ਼ 1984 ਵਾਸਤੇ ਮਤਲਬ ਕੇਂਦਰ ਤੇ ਲਾਉਂਦਾ, ਬੀਬੀ ਇੰਦਰਾ ਗਾਂਧੀ ਤੇ ਲਾਉਂਦਾ। ਇਹਨਾਂ ਦੀ ਵੀ ਕੋਈ ਭੂਮਿਕਾ ਸੀ ਉਹਦੇ 'ਚ? ਕੋਈ ਗੱਲ ਨਹੀਂ ਸੀ। ਇੰਦਰਾ ਜੀ ਵੈਸੇ ਉਹਨਾਂ ਦਾ ਨਾਂ, ਕਿਉਂਕਿ ਜਿਹੜੀ ਹੈੱਡ ਹੁੰਦਾ, ਹੈੱਡ ਦੇ ਉੱਤੇ ਹਮੇਸ਼ਾ ਨਾਂ ਲੱਗਦਾ ਹੀ ਹੁੰਦਾ। ਜੇ ਉਹ ਪ੍ਰਾਈਮ ਮਿਨਿਸਟਰ ਸੀ ਤਾਂ ਉਹਨਾਂ ਦਾ ਨਾਂ ਆਉਣਾ ਹੀ ਨਾ ਆਉਣਾ ਸੀਗਾ। ਅੱਜ ਵੀ ਜੇ ਇਹਨਾਂ ਦੀ ਭੂਮਿਕਾ ਵੀ ਸੀ ਅਕਾਲੀਆਂ ਦੀ ਉਹਨਾਂ ਨਾਲ ਮੁਲਾਕਾਤ ਦੇ ਵਿੱਚ ਕੁਛ? ਨਹੀਂ, ਅਕਾਲੀਆਂ ਦਾ ਜਿਹੜਾ ਰੋਲ ਹੈ ਜਗਜਾਰ ਹੈ। ਓਕੇ, ਉਹ ਸਾਰਿਆਂ ਨੂੰ ਪਤਾ ਵੀ ਕਿਵੇਂ ਹੱਥ ਖੜੇ ਕਰਕੇ ਆਏ। ਇਹਨਾਂ ਨੂੰ ਤੇ ਵੀ ਜੇ ਜਰਨੈਲ ਸਿੰਘ ਸਾਡੇ ਮੁਕਾਬਲੇ ਇਲੈਕਸ਼ਨ ਲੜਿਆ, ਇਹਨੂੰ ਖਤਮ ਕਰੋ ਜੀ। ਹਾਂਜੀ, ਸਾਡੇ ਮੁਕਾਬਲੇ ਦੁਆਰਾ ਫਿਰ ਨਾ ਤਕੜਾ ਹੋ ਜਾਏ। ਇੱਕ ਜਾਂਦੇ ਜਾਂਦੇ ਇਹ ਵੀ ਦੱਸ ਦਿਓ ਥੋੜਾ ਜਿਹਾ, ਮਮਤਾ ਬੈਨਰਜੀ ਤੁਹਾਡੇ ਨਾਲ ਬਹੁਤ ਰਹੇ, ਤੁਹਾਡੇ ਕੋਲ ਵੀ ਰਹੇ ਨੇ ਮੇਰੇ ਕੋਲ ਦੇ ਵਿੱਚ, ਸੰਖੇਪ ਚ ਕੰਮ ਕੀਤਾ ਸੀ ਉਤਕਾਰ ਚ। ਹਾਂਜੀ ਹਾਂਜੀ, ਔਰ ਉਹ ਵੀ ਬੜੀ ਲੈਬੋਰੀਅਸ ਐਂਡ ਜਿਵੇਂ ਹੁੰਦਾ ਨਾ ਗਟਸ ਵਾਲੀ ਲੇਡੀ ਹੈ ਜੀ। ਔਰ ਅੱਜ ਜੇ ਮਾੜੀ ਮੋਟੀ BJP ਦੀ ਸਰਕਾਰ, ਆਪਾਂ ਨਹੀਂ ਕਹਿ ਸਕਦੇ, ਮੋਦੀ ਸਰਕਾਰ ਨੂੰ ਠੱਲ ਪਈ ਤੇ ਉਹਦੇ ਕਰਕੇ ਪਈ ਹੈ।
ਜੀ ਅੱਜ ਵੀ ਸਾਰਾ ਇਦਾਂ ਦਾ ਚੱਲ ਰਿਹਾ ਸਿਸਟਮ ਵੀ ਉਹਨਾਂ ਕਹਿ ਵੀ ਦਿੱਤਾ ਵੀ ਰਾਹੁਲ ਗਾਂਧੀ ਸਾਡਾ ਲੀਡਰ ਹੈ ਜੀ ਔਰ ਰਾਹੁਲ ਗਾਂਧੀ ਦੀ ਜਿਹੜੀ ਵਰਕਿੰਗ ਹੈ ਦਿਨ ਬਰ ਦਿਨ ਸੁਧਰਦੀ ਹੈ, ਬਹੁਤ ਜ਼ਿਆਦਾ ਡਾਇਨਾਮਿਕ ਆਪਾਂ ਕਹਿ ਸਕਦੇ ਜਿਹਨੂੰ ਨਾ ਉਹ ਹੈ। ਜੀ ਮੈਂ ਰਸਤੇ 'ਚ ਨਾ ਆਫ ਦਾ ਰਿਕਾਰਡ ਗੱਲ ਕਰ ਰਿਹਾ ਸੀਗਾ ਵੀ ਮੈਂ ਰਾਜੀਵ ਗਾਂਧੀ ਦੀ ਵਰਕਿੰਗ ਦੇਖੀ ਆ। ਰਾਜੀਵ ਗਾਂਧੀ ਰਾਤ ਦੇ 2 ਵਜੇ ਤੱਕ ਕੰਮ ਕਰਦਾ ਸੀਗਾ। ਮੈਂ ਕਿਹਾ ਚੰਨੀ, ਮੈਂ ਕਿਹਾ ਉਹਨਾਂ ਦੀਆਂ ਲਾਈਨਾਂ 'ਤੇ ਚੱਲਣ ਲੱਗ ਗਿਆ ਕਿਆ ਮੈਂ ਰਸਤੇ ਤੁਹਾਨੂੰ, ਕਿਉਂਕਿ ਉਹ ਰਾਤ ਦੇ 2 ਵਜੇ ਤੱਕ ਲੱਗੇ ਰਹਿੰਦੇ ਸੀ, ਸਵੇਰੇ 5 ਵਜੇ ਤਿਆਰ ਹੁੰਦੇ ਸੀ। ਉਹਦੇ ਵਰਗਾ ਪ੍ਰਾਈਮ ਮਿਨਿਸਟਰ ਵੀ ਕੋਈ ਨਹੀਂ ਹੋ ਸਕਦਾ। ਹਿੰਦੁਸਤਾਨ ਦੀ ਜੇ ਅੱਜ ਸ਼ਕਲ ਹੈ, ਜੇ ਅੱਜ ਇਨਫਰਾਸਟਰਕਚਰ ਹੈ, ਜੇ ਅੱਜ ਅਸੀਂ ਇੱਥੇ ਖੜੇ ਹਾਂ ਤੇ ਡਿਊ ਟੂ ਰਾਜੀਵ ਗਾਂਧੀ ਹੈ ਜੀ। ਕਿਵੇਂ ਸੁਪਰ ਕੰਪਿਊਟਰ ਲੈ ਕੇ ਆਏ ਹੋ, ਅੱਜ ਜੇ ਫਿਰ ਟੈਲੀਫੋਨ 'ਚ ਸੇਂਟ ਪਟੌਦੇ ਲੈ ਕੇ ਆਏ ਹੋ, ਸੜਕਾਂ ਦੇ ਉੱਤੇ ਗਲੀਆਂ 'ਚ ਟੈਲੀਫੋਨ ਨਹੀਂ ਤੇ ਮੈਂਬਰ ਪਾਰਲੀਮੈਂਟ ਦੀ ਸਿਫਾਰਿਸ਼ ਤੋਂ ਬਿਨਾਂ ਟੈਲੀਫੋਨ ਨਹੀਂ ਸੀ ਲੱਗਦਾ ਹੁੰਦਾ। ਜੀ ਜੀ ਜੀ। ਜੇ ਜਨਰਲ ਬੁੱਕ ਕਰਾਉਂਦੇ ਸੀ 10-10 ਸਾਲ ਵਾਰੀ ਨਹੀਂ ਸੀ ਆਉਂਦੀ। ਜੇ ਤੁਸੀਂ ਸਕੂਟਰ 2 ਪਹੀਆਂ ਵਾਲਾ ਲੈਣਾ ਹੁੰਦਾ ਸੀਗਾ ਤੇ ਬੀਬੀ ਕੀਮਤ ਨਾਲ ਦੁੱਗਣੀ ਉਹਦੀ ਬਲੈਕ ਹੁੰਦੀ ਸੀ। ਜੀ ਜੀ। ਮੈਨੂੰ ਯਾਦ ਹੈ ਫੀਐਟ ਕਾਰ ਦੀ ਕੀਮਤ 45,000 ਸੀ ਤੇ 55-60,000 ਉਹਦੀ ਬਲੈਕ ਹੁੰਦੀ ਸੀ। ਜੀ ਇਹੀ ਮਾਰੂਤੀ ਨਾਲ ਵੀ ਹੁੰਦਾ ਰਿਹਾ ਜੀ ਲੰਬਾ ਜੀ। ਇਹ ਸਾਰਾ ਕੁਝ ਓਪਨ ਲਾਇਸੈਂਸ ਵਹੀਕਲ ਦੇ ਕੰਪਿਊਟਰ, ਸੁਪਰ ਕੰਪਿਊਟਰ ਲਿਆਉਣਾ, ਸੇਨ ਪਟੌਦੇ ਨੇ ਤੇ ਲਿਆਉਣਾ ਟੈਲੀਫੋਨ ਦਾ, ਇਹ ਡਿਊ ਟੂ ਰਾਜੀਵ ਗਾਂਧੀ ਹੋਇਆ ਜੀ। ਉਹ ਬੜਾ ਆਈਕਿਊ ਸੀ ਉਹਦਾ ਜੀ। ਹਾਂਜੀ, ਅੱਜ ਹਿੰਦੁਸਤਾਨ 'ਚ ਜਿਉਂਦਾ ਹੁੰਦਾ ਤੇ ਗੱਲ ਹੀ ਹੋਰ ਹੋਣੀ ਸੀ ਜੀ। ਸੋ ਬਹੁਤ ਬਹੁਤ ਧੰਨਵਾਦ ਸਰਦਾਰ ਲਖਵਿੰਦਰ ਸਿੰਘ ਜੀ। ਆਸ ਹੈ ਕਿ ਦਰਸ਼ਕਾਂ ਨੂੰ ਇਹ ਪ੍ਰੋਗਰਾਮ ਬਹੁਤ ਪਸੰਦ ਆਊਗਾ ਤੇ ਇਸ ਪ੍ਰੋਗਰਾਮ ਨੂੰ ਅੱਗੇ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਪਿਛਲੀਆਂ ਤੇ ਅਗਲੀਆਂ ਰਾਜਨੀਤਿਕ ਪਾਰਟੀਆਂ ਦੀਆਂ ਗਤੀਵਿਧੀਆਂ ਤੇ ਤੁਹਾਡੀ ਨਜ਼ਰ ਰਹਿ ਸਕੇ, ਕਿਉਂਕਿ ਕਈ ਉਹ ਸ਼ਖਸ ਨੇ ਜਿਨ੍ਹਾਂ ਦਾ ਉਦੋਂ ਜਨਮ ਵੀ ਨਹੀਂ ਸੀ ਹੋਇਆ ਜਦੋਂ ਤੋਂ ਇਹ ਰਾਜਨੀਤੀ ਦੇ ਵਿੱਚ ਨੇ, ਤੇ ਇਹਨਾਂ ਦੇ ਅਨੁਭਵ ਤੋਂ ਅਸੀਂ ਕੁਝ ਸਿੱਖ ਸਕੀਏ। ਆਸ ਕਰਾਂਗੇ ਕਿ ਦਰਸ਼ਕ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਅੱਗੇ ਪ੍ਰਚਾਰਨਗੇ ਤੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਜ਼ਰੂਰ ਕਮੈਂਟਸ ਪਾਇਓ। ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਸਵਾਲ ਅਸੀਂ ਸਰਦਾਰ ਲਖਵਿੰਦਰ ਸਿੰਘ ਹੁਣਾਂ ਤੱਕ ਪਹੁੰਚਾ ਸਕੀਏ ਤੇ ਜੇ ਕੋਈ ਤਜਰਬੇ ਇਹ ਹੋਰ ਸਾਂਝੇ ਕਰਨਗੇ ਤਾਂ ਉਹਦੇ ਨਾਲ ਵੀ ਸਾਰਿਆਂ ਨੂੰ ਫਾਇਦਾ ਹੀ ਹੋਊਗਾ। ਬਹੁਤ ਬਹੁਤ ਧੰਨਵਾਦ ਜੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ। ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ, ਐਤਵਾਰ ਸਵੇਰੇ 7 ਤੋਂ 8 ਵਜੇ ਤੱਕ D5 ਚੈਨਲ ਪੰਜਾਬੀ ਤੇ।